हाँ जी, गुड मॉर्निंग। अपना अज आप चैप्टर करन जा रहे हैं 6 बेसिक लॉजिक गेट्स। ਹੁਣ ਜਿਹੜਾ ਚੈਪਟਰ ਆ ਜਿਨ੍ਹਾਂ ਨੇ ਤਾਂ ਪਹਿਲਾਂ ਜਿਹੜਾ ਚੈਪਟਰ ਆਪਣਾ ਡਿਜੀਟਲ ਫੰਡਾਮੈਂਟਲ ਆ ਉਹ ਚੰਗੀ ਤਰ੍ਹਾਂ ਪੜ੍ਹਿਆ, ਉਹਨੂੰ ਸਮਝਿਆ, ਉਹਨੂੰ ਲੌਜਿਕ ਗੇਟਸ ਨੇ ਬਹੁਤ ਸੌਖੇ ਲੱਗਣਗੇ, ਨਹੀਂ ਬਹੁਤ ਕੰਪਲਿਕੇਟਡ ਨੇ। ਇਹ ਵੀ ਇੰਪੋਰਟੈਂਟ ਚੈਪਟਰ ਆ ਜਿਹੜਾ ਕਿ ਡਿਜੀਟਲ ਇਲੈਕਟ੍ਰੋਨਿਕਸ ਨਾਲ ਸੰਬੰਧ ਰੱਖਦਾ। ਇਹਦੇ 'ਚ ਆਪਾਂ ਪੜਾਂਗੇ ਲੌਜਿਕ ਗੇਟਸ ਵੀ ਡਿਜੀਟਲ ਜਿਹੜੇ ਸਰਕਟ ਨੇ ਕੰਮ ਕਿਵੇਂ ਕਰਦੇ ਨੇ। ਹੁਣ ਲੌਜਿਕ ਕੀ ਹੈ? ਲੌਜਿਕ ਇਜ਼ ਡਿਫਾਈਨਡ ਐਜ਼ ਦ ਸਾਇੰਸ ਆਫ ਰੀਜ਼ਨਿੰਗ, ਕਿਸੇ ਚੀਜ਼ ਦਾ ਰੀਜ਼ਨ। ਇਹ 'ਚ ਬਾਈਨਰੀ ਡਿਸੀਜਨਸ ਹੁੰਦੇ ਨੇ ਜਿਹਦੇ ਵਿੱਚ ਰਿਜ਼ਲਟ ਆਉਂਦਾ ਫਾਲਸ ਹੈ ਜਾਂ ਟਰੂ ਹੈ। ਉਹਦਾ ਰਿਜ਼ਲਟ ਹੁੰਦਾ ਵੀ ਇਹ ਸਟੇਟਮੈਂਟ ਫਾਲਸ ਹੈ ਜਾਂ ਟਰੂ ਹੈ, ਉਹਨੂੰ ਆਪਾਂ ਬਾਈਨਰੀ ਡਿਸੀਜਨ ਕਹਿੰਦੇ ਆ। ਇੱਕ ਇਹਦਾ ਟਰੂਥ ਟੇਬਲ ਬਣਦਾ ਵੀ ਕਿੰਨੀਆਂ ਪੋਸੀਬਿਲਿਟੀਜ਼ ਹੈਗੀਆਂ ਨੇ ਇਨਪੁਟ ਦੀਆਂ ਤੇ ਆਉਟਪੁੱਟ ਦੀਆਂ। ਮਤਲਬ ਇਨਪੁਟ ਤੇ ਆਉਟਪੁੱਟ ਦੇ ਵਿੱਚ ਕਿੰਨੀਆਂ ਪੋਸੀਬਿਲਿਟੀਆਂ ਨੇ, ਠੀਕ ਹੈ, ਵੀ ਕਿੰਨੀ ਮਤਲਬ ਆਪਾਂ ਜਿਵੇਂ ਆਪਾਂ ਕਰ ਦਿੰਦੇ ਹਾਂ ਨਾ ਐਕਸਪੈਰੀਮੈਂਟ ਦੇ ਵਿੱਚ ਵੀ ਕਿੰਨੇ ਕੁ ਆਪਾਂ ਕਦੇ ਇਨਪੁਟ 1 ਦੇ 2 ਕਿੰਨੀ ਪੋਸੀਬਿਲਿਟੀ ਨੇ। ਜਿਵੇਂ ਨੰਬਰ ਆਫ ਅਰੇਂਜਮੈਂਟਸ ਆਪਾਂ ਕਰਦੇ ਹਾਂ, ਤੁਸੀਂ ਸੈਕਿੰਡ ਈਅਰ 'ਚ ਪੜ੍ਹਿਆ ਸੀਗਾ ਆਪਣਾ ਪ੍ਰੋਬੇਬਿਲਿਟੀ ਵਾਲਾ ਨੰਬਰ ਆਫ ਅਰੇਂਜਮੈਂਟਸ, ਪਰਮੂਟੇਸ਼ਨ ਕੰਬੀਨੇਸ਼ਨਸ ਵਾਲਾ। ਉਸੇ ਤਰ੍ਹਾਂ ਇਹ 'ਚ ਟੋਟਲ ਪੋਸੀਬਿਲਿਟੀਆਂ ਕੀ ਨੇ, ਕਿੰਨੀਆਂ ਕੰਬੀਨੇਸ਼ਨ ਬਣਦੀਆਂ ਨੇ, ਉਹਨੂੰ ਆਪਾਂ ਜਿਹੜਾ ਉਹ ਟੇਬਲ ਬਣਦਾ ਉਹਨੂੰ ਆਪਾਂ ਕਹਿੰਦੇ ਟਰੂਥ ਟੇਬਲ। ਇੱਕ ਲੌਜਿਕ ਲੈਵਲ ਹੁੰਦਾ। ਲੌਜਿਕ ਲੈਵਲ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀ ਆਪਾਂ ਇਨਪੁਟ ਦੇ ਰਹੇ ਹਾਂ, ਜਿਵੇਂ ਕਿ ਆਪਾਂ 5 ਵੋਲਟ ਹੈ, 5 ਵੋਲਟ ਦਿੱਤੀ ਹੈ ਤਾਂ ਉਹਨੂੰ ਆਪਾਂ ਲੌਜਿਕ ਲੈਵਲ ਲਵਾਂਗੇ 1, ਠੀਕ ਹੈ। ਲੋ ਵੋਲਟੇਜ ਨੂੰ 0 ਰੱਖਾਂਗੇ, ਉਹਨੂੰ ਲੌਜਿਕ ਲੈਵਲ ਰੱਖਾਂਗੇ 0। ਇਹਦਾ ਮਤਲਬ ਜਦੋਂ ਲੌਜਿਕ 1 ਹੋਊਗਾ ਤਾਂ ਇਹਦਾ ਮਤਲਬ ਪੋਜ਼ਿਟਿਵ ਵੋਲਟ 5 ਵੋਲਟ ਹੈ, ਜਦੋਂ ਲੌਜਿਕ 0 ਹੋਊਗਾ ਤਾਂ 0 ਲੋ ਵੋਲਟੇਜ ਹੈ, 0 ਵੋਲਟੇਜ ਹੈ। ਇਹ ਲੌਜਿਕ ਹੁੰਦਾ। ਜਿਵੇਂ 10 ਵੋਲਟ ਨੂੰ ਆਪਾਂ 1 ਲੈ ਲੈਂਦੇ ਹਾਂ ਤੇ 0 ਵੋਲਟ ਨੂੰ 0 ਲਵਾਂਗੇ, ਠੀਕ ਹੈ। ਕਿਉਂਕਿ ਪਹਿਲਾਂ ਵੀ ਆਪਾਂ ਗੱਲ ਡਿਸਕਸ਼ਨ ਕਰ ਚੁੱਕੇ ਹਾਂ ਪਿਛਲੇ ਚੈਪਟਰ ਦੇ ਵਿੱਚ ਵੀ ਜਿਹੜੇ ਇਹਦੇ ਵਿੱਚ ਕੀ ਹੁੰਦਾ ਵੀ ਕੰਟੀਨਿਊਟੀ ਨਹੀਂ ਹੁੰਦੀ। ਜਿਵੇਂ 0 1 2 3 4 10 ਤੱਕ ਹੋਊਗੀ ਨਾ, ਜਾਂ 0 ਹੋਊਗੀ ਜਾਂ 10 ਹੋਊਗੀ। 10 ਨੂੰ ਆਪਾਂ 1 ਲੈ ਲੈਣਾ, 0 ਨੂੰ ਆਪਾਂ 0 ਵੋਲਟ ਲੈ ਲੈਣਾ ਬਾਈਨਰੀ ਦੇ ਵਿੱਚ। ਉਸ ਤੋਂ ਬਾਅਦ ਇਹਦੇ ਵਿੱਚ ਮੇਨ ਟੌਪਿਕ ਹੈ ਬੂਲੀਅਨ ਅਲਜਬਰਾ। ਬੂਲੀਅਨ ਅਲਜਬਰਾ ਕੀ ਕਹਿੰਦਾ? ਇਹ ਸਮ ਮੈਥਮੈਟੀਕਲ ਫੰਕਸ਼ਨਸ ਹੁੰਦੇ ਨੇ, ਲੌਜੀਕਲ ਸਟੇਟਮੈਂਟਸ ਹੁੰਦੀਆਂ ਨੇ ਜਿਹਦਾ ਨਾਮ ਦਿੱਤਾ ਵਾ ਬੂਲੀਅਨ ਅਲਜਬਰਾ। ਉਹ ਜਿਹੜੀ ਸਟੇਟਮੈਂਟਸ ਨੇ ਬੂਲੀਅਨ ਅਲਜਬਰਾ ਸਿਸਟਮ ਆਫ ਮੈਥਮੈਟੀਕਲ ਲੌਜਿਕਸ ਐਂਡ ਲੌਜੀਕਲ ਸਟੇਟਮੈਂਟ ਹੈ ਜਿਹਦੇ ਵਿੱਚ ਦੋ ਹੀ ਵੈਲਿਊਜ਼ ਹੋਣਗੀਆਂ, ਆਈਦਰ true value that is 1 or false value that is 0, ਜਾਂ on ਜਾਂ off, ਜਾਂ true value ਜਾਂ false value, ਜਾਂ 0 ਜਾਂ 1। ਇਹ ਦੋ ਚੀਜ਼ਾਂ ਬਾਰੇ ਇਹਨੂੰ ਪਤਾ। ਅੱਗੇ ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਵਾ ਆਪਣੇ ਬੇਸਿਕ ਲੌਜਿਕ ਆਪਰੇਸ਼ਨਸ ਕਿਹੜੇ ਨੇ। ਇੱਕ ਲੌਜਿਕ ਆਪਰੇਸ਼ਨਸ ਹੁੰਦੇ ਨੇ ਜਿਵੇਂ ਆਪਾਂ ਮੈਥ ਦੇ ਵਿੱਚ ਪੜ੍ਹਦੇ ਹਾਂ, ਪਲੱਸ ਮਾਈਨਸ ਡਿਵੀਜ਼ਨ ਮਲਟੀਪਲੀਕੇਸ਼ਨ ਨਾ, ਉਸੇ ਤਰ੍ਹਾਂ ਇਹ ਲੌਜਿਕ ਆਪਰੇਸ਼ਨਸ ਹੁੰਦੇ ਨੇ ਜਿਹਦੇ ਵਿੱਚ ਪਹਿਲਾ ਲੌਜਿਕ ਜਿਹੜਾ ਆਪਰੇਸ਼ਨਸ ਹੈਗਾ ਉਹ ਹੈਗਾ ਵਾ ਔਰ ਆਪਰੇਟਰ। ਔਰ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਆਪਾਂ ਪਲੱਸ ਕਰਨਾ, y = a + b, ਉਹਨੂੰ ਆਪਾਂ ਔਰ ਆਪਰੇਟਰ ਕਹਿੰਦੇ ਆ, ਠੀਕ ਹੈ। ਕਿਉਂਕਿ ਜਿਹਨੂੰ ਤਾਂ ਇਹ ਚੀਜ਼ਾਂ ਸਮਝ ਹੋਣਗੀਆਂ ਵੀ ਔਰ ਦੇ ਵਿੱਚ ਪਲੱਸ ਲੱਗਦਾ ਜਾਂ ਐਂਡ ਦੇ ਵਿੱਚ ਮਾਈਨਸ ਲੱਗਦਾ ਤਾਂ ਉਹ ਚੀਜ਼ਾਂ ਅੱਗੇ ਬਹੁਤ ਜ਼ਿਆਦਾ ਸੌਖੇ ਜਿਹੜੇ ਨੇ ਇਹਦੇ ਨਿਊਮੈਰੀਕਲ ਆਉਣੇ ਨੇ ਉਹ ਸੌਖੇ ਹੋਣਗੇ। ਇਹ 'ਚ ਵੀ ਨਿਊਮੈਰੀਕਲ ਆਉਣੇ ਨੇ। ਜਿਹਨੂੰ ਇਹ ਚੀਜ਼ ਨਾ ਸਮਝ ਲੱਗੀ ਉਹਨੂੰ ਅੱਗੇ ਨਹੀਂ ਸਮਝ ਲੱਗਣਾ। ਔਰ ਆਪਰੇਟਰ ਦਾ ਮਤਲਬ ਕੀ ਹੈ? a + b, ਪਲੱਸ ਕਰਨਾ। ਹੁਣ ਇਹ 'ਚ ਅੱਗੇ ਸਿੰਪਲ ਜੀ ਗੱਲ ਹੈ, ਜ਼ਿਆਦਾ ਸਮਝਾਉਣ ਦੀ ਲੋੜ ਨਹੀਂ। a ਦੀ ਵੈਲਿਊ 0 ਲੈ ਸਕਦੇ ਆਪਾਂ, ਆਪਰੇਸ਼ਨਸ ਕਿੰਨੀਆਂ ਮਤਲਬ ਪੋਸੀਬਿਲਿਟੀਆਂ ਨੇ। b ਦੀ ਵੈਲਿਊ 0 ਲੈ ਲਓ ਤਾਂ y ਦੀ ਵੈਲਿਊ ਕਿੰਨੀ ਆ ਜੂਗੀ? 0 + 0 0। ਹੁਣ ਅੱਗੇ ਚੱਲਦੇ ਆਪਾਂ। ਦੂਜੀ ਪੋਸੀਬਿਲਿਟੀ ਕੀ ਹੈ? a ਦੀ ਵੈਲਿਊ ਵੀ 1 ਲੈ ਲਓ, b ਦੀ ਵੈਲਿਊ 0 ਲੈ ਲਓ ਤਾਂ 1 + 0 that is 1। ਤੀਸਰੀ ਪੋਸੀਬਿਲਿਟੀ ਕੀ ਹੈ?
ਇਹਦੀ ਵੈਲਿਊ 0 ਲੈ ਲਓ, ਇਹਦੀ 1 ਲੈ ਲਓ, ਤਾਂ ਵੀ ਆਨਸਰ 1 ਆ ਜਾਊਗਾ। तो चौथी पॉसिबिलिटी की है 1 + 1, दोनों की वैल्यू 1 ले लो, 1 + 1 दैट इज इक्वल टू 1। ये मैं तुहानू पिछले चैप्टर में समझाया सीगा, ये 2 नहीं होना, 1 + 1 2 नहीं होना, क्योंकि आप बाइनरी एडिशंस कर रहे हैं। तो 1 + 1 दैट इज इक्वल टू आल्सो 1। ये सीगा और इदां ये और जिहड़े ऑपरेशंस आ वो 3 इनपुट दे विच लग सकदा। हुण 3 इनपुट दी पॉसिबिलिटी तुसीं आप बना के देखो। मैं तुहानू पहलां आपां किवें हैड टेल हैड टेल कर दिंदे सी ना सैकंड ईयर ਦੇ उस तरह जी पॉसिबिलिटियां सारियां बनाउणियां ने। 3 इनपुट ने, 3 0 ला लो, 1 1 ले लो, फिर आ 1 ले लो, फिर आ 1 ले लो, बाकी 0 ले लो, फिर 2 1 ले लो, 2 0 ले लो, फिर 2 0 ले लो, 2 1 ले लो, फिर सारियां 1 1 ले लो, तो अपने को आउटपुट आ जाएगी 0 1 1। ऐड करके देख लो, ਇਹਦਾ भी 1 आ गया, ਇਹਦਾ भी 1 आ गया, ਇਹਦਾ भी 1 आ गया, सारे 1 + 1 + 1 1 ही ਹੁੰਦਾ, 3 नहीं होना। ਹੁਣ ਜੇ ਆਪਾਂ ਇਹ ਚੀਜ਼ ਨੂੰ ਪ੍ਰੂਵ ਕਰਨਾ ਹੋਵੇ ਪ੍ਰੈਕਟੀਕਲੀ, ਜੇ ਆਪਾਂ ਇਹ ਚੀਜ਼ ਨੂੰ ਪ੍ਰੂਵ ਕਰਨਾ ਪ੍ਰੈਕਟੀਕਲੀ ਪ੍ਰੂਵ ਕਰਨਾ, ਹੁਣ ਦੇਖੋ ਪ੍ਰੂਵ ਕਿਵੇਂ ਕਰਾਂਗੇ। ਮੈਂ ਤੁਹਾਨੂੰ ਇੱਕ ਤਾਂ ਡਾਇਗਰਾਮ ਆ ਦੇਖੋ ਧਿਆਨ ਨਾਲ, ਇੱਕ ਆ ਲੌਜਿਕ ਗੇਟ ਦੇਖ ਲਓ ਆ ਵਾਲਾ, ਦੇਖੋ ਇਹਨੂੰ ਆਪਾਂ ਇਹ ਚੀਜ਼ ਨੂੰ ਪ੍ਰੂਵ ਕਰਨ ਲੱਗਿਆ। ਮੈਂ ਦੇਖੋ ਕਿਵੇਂ, ਮੈਂ ਡਾਇਗਰਾਮ ਦੋਨੇ ਚੀਜ਼ਾਂ ਇਕੱਠੀਆਂ ਲੈ ਲੈਣਾ। ਹੁਣ ਕਰ ਮੈਂ ਦੋਨਾਂ ਨੂੰ ਮੈਂ 0 0 ਇਨਪੁਟ ਦਿੱਤੀ ਹੈ, ਇਹ ਮੈਂ ਸਰਕਟ ਬਣਾ ਲਿਆ। ਸਰਕਟ ਕੀ ਜੀ, ਇੱਕ ਮੈਂ ਇੱਥੇ ਬੈਟਰੀ ਲਾ ਲਈ, ਆ ਬੈਟਰੀ ਲੱਗੀ ਹੋਈ ਹੈ, ਆ ਆਪਣੇ ਕੋਲ 2 ਸੁੱਚਾਂ ਲਾਤੀਆਂ ਪੈਰਲਰ ਦੇ ਵਿੱਚ, ਇੱਥੋਂ ਮੈਂ 4 ਰੱਤੀ, ਇੱਥੋਂ ਤਾਰ ਨੂੰ 2 ਹਿੱਸੇ ਕਰਕੇ ਇੱਕ ਸੁੱਚ ਇੱਧਰ ਲਾਤੀ ਪੈਰਲਰ, ਇੱਕ ਇੱਧਰ ਲਾ ਕੇ ਇੱਧਰ ਨਾਲ ਇੱਕ ਇੱਥੇ ਬੱਲਬ ਲਾਤਾ। ਹੁਣ ਦੇਖੋ ਜਦੋਂ ਮੈਂ ਦੋਨੇ ਚੀਜ਼ਾਂ ਸੁੱਚਾਂ ਨੂੰ ਆਫ ਕਰ ਦੇਣਾ, ਦੋਨੇ ਸੁੱਚਾਂ ਆਫ ਕਰਤੀਆਂ ਤਾਂ ਬੱਲਬ ਚੱਲੂਗਾ ਨਹੀਂ, ਤਾਂ ਆਨਸਰ ਕਿੰਨਾ ਆ ਗਿਆ 0। ਹੁਣ ਮੈਂ ਇੱਕ ਸੁੱਚ ਔਨ ਕਰਤੀ, ਇੱਥੋਂ ਮੈਂ ਜੋੜਤੀ ਤਾਂ ਕਰੰਟ ਇੱਥੋਂ ਪਾਸ ਹੋ ਗਿਆ, ਇੱਥੋਂ ਇੱਥੋਂ ਚਲਾ ਗਿਆ, ਇੱਧਰ ਚਲਾ ਗਿਆ, ਤਾਂ ਬੱਲਬ ਚੱਲੂਗਾ, ਯੈਸ 1 ਆ ਗਿਆ। ਫਿਰ ਮੈਂ ਕੀ ਕੀਤਾ, ਇਹਨੂੰ ਆਫ ਕਰ ਦੇਣਾ, ਇਹਨੂੰ ਸੁੱਚ ਨੂੰ ਔਨ ਕਰ ਦੇਣਾ, ਇਹਨੂੰ ਆਫ ਕਰਤੀ, ठीक है। तो करंट किचों पास करूँ, नीचे वाली बी चो पास करके इतने बल्ब फिर चलूगा, यस। हूँ जो मैं दोनों ऑन कर देव तो बल्ब ज़्यादा तेज तो नहीं चलू, है तो 12 वोल्ट तो 19 हो जानी है, तो बल्ब फिर चलूगा। इस करके ये 3 जो ये लॉजिक गेट में आ सर्किट की है फॉलो करता आम एनालॉग के आप बनाना हो, प्रूव करना हो भी आ चीज़ प्रूफ हैगी है। ये और ऑपरेशन का जोड़ा और ऑपरेशन है वह सर्किट है। उस तो बाद आप चलते हैं अगला ऑपरेशन जोड़ा एंड ऑपरेशन दे विच की है, y इज इक्वल टू a + b के बराबर है, ठीक है। a एंड b सॉरी a डॉट b। तो ये एंड ऑपरेशन दे विच एक ध्यान रखना भी मल्टीप्लाई का निशान एंड गेट एंड ऑपरेटर है जो y इज इक्वल टू a + b के बराबर है। हुण तिन्ने चीज़ां प्रूफ करना अपन प्रूव किमें करना, पहला y की वैल्यू 0 ले लो, b दोनों वैल्यू a तो b की 0 ले लो, 0 × 0 आंसर कितना होगा 0। फिर एक की वैल्यू 1 ले लो, एक की वैल्यू 0 ले लो, 0 × 1 दैट इज 0, दूजे की वैल्यू 0 ले लो, एक की 1 1 ले लो, चेंज कर दो तो भी आंसर 0। जो दोनों 1 1 लवेंगे तो आंसर आ जाऊगा। हुण इहदा ट्रुथ टेबल बन गया। ट्रुथ टेबल का मैं तुहानूं पहले ही दस्सिया सीगा की चीज़ हुंदी है भी जिन्नियां भी पॉसिबिलिटी कंबीनेशनस हैगियां ने, ठीक है, उन्होंने आप ट्रुथ टेबल कहने। देखो पॉसिबिलिटी है दोनों 1 ले लो, 0 ले लो, एक की 1 ले लो, एक की 0 ले लो, दूजे 1 ले दूजे 0 ले लो, इन दोनों ही 1 1 ले लो, ये पॉसिबिलिटी है। ये हम मल्टीप्लाई हो रहे हैं तो देखो आ सिंपल थोड़ी इक्वेशन बन गई। यदि 3 का भी ले सकते हैं, 3 की पॉसिबिलिटी है, 3 इनपुट होंगे तो भी एंड ऑपरेशन ला सकते हैं। हम इन्होंने आप प्रूव करना, ये जी चीज़ आप लिखी है आ जो आप टेबल बनाया वा, ये एक ध्यान रखियो, मैं क्योंकि दूसरे पेज पर चल जाना फिर तुम समझ नहीं लगना भी जो आप दोनों ही 1 1 लेने उदों 1 आता, बाकी किसी के 1 नहीं आता, मतलब चलना चाहिए बल्ब। हम आप इन्हू प्रूव करते हैं। आ मैं सर्किट ला देखो फर्क की सीगा, हुण भी 2 ही आप इनपुट दिते हैं, 2 ही सुच्चां लाइया ने, बैटरी लाई है, पर दोनों हुण सीरीज लाती हैं। हुण की होगा जो मैं इनपुट नहीं दी दोनों तो जो करंट फ्लो करूगा नहीं, क्योंकि सुच्चां ऑफ ने। हुण मैं एक सुच ऑन करती तो इतों करंट इतों फ्लो करके इत्थे पहुँच गया करंट, इतने अगे तो जा ही नहीं सकता क्योंकि ये बंद है। यदा मतलब जो पहली दोनों ऑफ की तो भी 0 आंसर आ गया, बल्ब चलिया नहीं, जो एक ऑन की तो भी 0 आ गया। हूँ मैं इनू ऑफ कर देना, इनू ऑन कर देना, तो करंट इतों गया इत्थे खड़ गया, इस तो अगे फिर जाना इधर नहीं जाना ना, क्योंकि इत्थे ओपन, ठीक है, तो भी आंसर 0 है। हूँ मैं दोनों सुच्चा ऑन करूँगा, आ भी ऑन करती, आ भी ऑन करती, तो करंट की इदा फ्लो करूँगा तो बल्ब की है चल पूगा। ये हो गया प्रूफ एंड ऑपरेशन,
ठीक है। ਅੱਗੇ ਅੱਗੇ ਕੰਪਲੀਕੇਸ਼ਨਸ ਹੋਣੀਆਂ ਨੇ, ਇਹ ਬੇਸਿਕ ਹੈ, ਇਹਨੂੰ ਚੰਗੀ ਤਰ੍ਹਾਂ ਸਮਝ ਲਓ, ਮੈਂ ਤੁਹਾਨੂੰ ਤਾਂ ਸਮਝਾਇਆ ਠੀਕ ਹੈ। ਉਸ ਤੋਂ ਬਾਅਦ ਹੈਗਾ ਨੋਟ ਆਪਰੇਸ਼ਨ। ਨੋਟ ਆਪਰੇਟਰ ਕੀ ਹੈ ਜਾਂ ਆਪਰੇਸ਼ਨ ਕੀ ਹੈ, ਇਹ 'ਚ ਕੀ ਹੈ, ਇੱਕ ਹੀ ਇਨਪੁਟ ਹੁੰਦੀ ਹੈ, ਇੱਕ ਹੀ ਆਊਟਪੁੱਟ ਹੁੰਦੀ ਹੈ ਠੀਕ ਹੈ। ਇਹਦੇ ਵਿੱਚ ਕੀ ਹੈ, ਜੇ 1 ਆ ਤਾਂ ਉਹਨੂੰ 0 ਕਰ ਦੇਣਾ ਨੇ, ਜੇ ਆਊਟਪੁੱਟ 1 ਦਿੰਦੇ ਆ, ਇਨਪੁੱਟ 1 ਦਿੰਦੇ ਆ ਤਾਂ ਆਊਟਪੁੱਟ 0 ਆਏ ਨੇ, ਜੇ ਇਨਪੁੱਟ 0 ਦਿੰਦੇ ਆ ਤਾਂ ਆਊਟਪੁੱਟ 1 ਆਏ ਨੇ, ਇਨਵਰਟ ਕਰ ਦੇਣਾ ठीक है। ए जी वैल्यू 0 रखती तो वाई जी बाहर आ जाएगी 1 ठीक है, तो वाई की वैल्यू 1 आ जाएगी। ए जी वैल्यू 1 रखती तो वाई की वैल्यू 0 आ जाएगी। ये ट्रुथ टेबल एक ही बनना क्योंकि पॉसिबिलिटी एक इनपुट है एक आउटपुट है, 0 लवांगे 1 आ 1 आ 0। हुण इहनूं किवें बनावांगे, इहदे सर्किट आ वा आह सीधी आपां ने एक बैटरी लाती ठीक है, इहनूं बल्ब लाता डायरैक्ट, इहदे पैरेलल एक इत्थों जोड़ के आपां ने एक स्विच लाती। हुण इह काम किवें करूगा, ਹੁਣ ਜੇ ਤੁਸੀਂ ਕਹੋਗੇ ਵੀ ਇਹ ਕੰਮ 11 ਵੋਲਟ ਤੇ ਕਰਾਵਾਂਗੇ ਤਾਂ ਇਹ ਜਿਹੜੀ ਆ ਸੜ ਜੂਗਾ ਸਰਕਟ। ਆ ਬਸ ਛੋਟਾ ਜਿਹਾ ਸੈੱਲ ਲੈ ਲਓ 3 ਵੋਲਟ ਦਾ, ਉਹਨੂੰ ਸੈੱਲ ਨੂੰ ਆਪਾਂ ਬੱਲਬ ਲਾਤਾ, ਉਹਦੇ ਪੈਰਲਲ ਹੀ ਆਪਾਂ ਨੇ ਇੱਕ ਸੁੱਚ ਲਾਤੀ। ਹੁਣ ਜਦੋਂ ਤੁਸੀਂ ਇਹ ਸੁੱਚ ਆਫ ਰੱਖੀ ਹੋਈ ਹੈ, ਆਪਾਂ 0 ਦਿੱਤੀ ਇਹਨੂੰ ਔਨ ਨਹੀਂ ਕੀਤਾ, ਤਾਂ ਸਾਰਾ ਕਰੰਟ ਇੱਥੋਂ ਇੱਥੇ ਫਲੋ ਹੋ ਗਿਆ, ਬੱਲਬ ਚੱਲ ਪਿਆ, ਆਨਸਰ 1 ਆ ਗਿਆ। ਜਦੋਂ ਮੈਂ ਸੁੱਚ ਨੂੰ ਕਲੋਜ਼ ਕਰਤਾ ਤਾਂ ਇਹ ਸ਼ਾਰਟ ਸਰਕਟ ਹੋ ਗਿਆ, ਸ਼ਾਰਟ ਹੋ ਗਈ बैटरी। ਹੁਣ ਜੇ बैटरी ਸ਼ਾਰਟ ਹੋ ਗਈ ਤਾਂ ਉਹਦੀ वैल्यू कितनी होगी 0, वोल्टेज 0 तक करंट चलूगा, वोल्टेज बल्ब ने चलना नहीं है, तो अपने को दूसरी चीज़ भी प्रूव होगी ठीक है। ये अपने को नॉट गए ऑपरेटर ठीक है जी। हम आप अगे चलते हैं, मैं तुहानूं हौली हौली तां करवा रहा ताकि तुहानूं चंगी तरह समझ लग जाए ठीक है। लैक्चर जरूर लंबा हो जाता पर ਐ ਵੀ ਮੈਂ ਕਹਿੰਦਾ ਵੀ ਜਿਹੜੇ ਮੈਥਮੈਟੀਕਲ ਚੀਜ਼ਾਂ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਣ, ਜਿਹੜੀ ਥਿਊਰੀ ਹੁੰਦੀ ਉਹ ਤਾਂ ਬੱਚਾ ਆਪ ਹੀ ਪੜ੍ਹ ਲੈਂਦਾ ਠੀਕ ਹੈ। ਹੁਣ ਆਪਾਂ ਨੇ ਦੇਖੋ ਇਹ 'ਚ ਵੈਲਿਊਏਸ਼ਨ ਬੂਲੀਅਨ ਜਿਹੜੀ ਐਕਸਪ੍ਰੈਸ਼ਨਸ ਨੇ ਜਿਹੜੇ ਆਪਾਂ ਯੂਜ਼ਿੰਗ ਕੀਤੀਆਂ ਨੇ ਹੁਣ ਤੱਕ, ਐਂਡ ਗੇਟ, ਔਰ ਗੇਟ ਤੇ ਨੋਟ ਗੇਟ, ਉਹਨੂੰ ਆਪਾਂ ਟਰੂਥ ਟੇਬਲ ਨਾਲ ਪ੍ਰੂਵ ਕਰਨਾ। ਕਹਿੰਦਾ ਲੌਜੀਕਲ ਐਕਸਪ੍ਰੈਸ਼ਨ ਤੁਹਾਨੂੰ ਦੇਤਾ, ਜਿਵੇਂ ਹੁਣ ਪ੍ਰੂਵ ਕਰਨਾ ਕਹਿੰਦਾ ਵੀ ਇਹ ਜਿਹੜੇ ਨੂਮੈਰੀਕਲ ਆਉਂਦੇ ਨੇ, ਪ੍ਰੂਵ ਡੈਟ ਲੌਜੀਕਲ ਐਕਸਪ੍ਰੈਸ਼ਨ a ਡਾਟ b ਦਾ ਬਾਰ ਜਿਹੜਾ ਉਹ a ਦਾ ਬਾਰ ਪਲੱਸ b ਦਾ ਬਾਰ ਆ यूजिंग ट्रुथ टेबल। ट्रुथ टेबल यूज करके आप ये चीज़ प्रूव करनी है। हुण आप उदा ही इनपुट ए तो बी बना लिया, फिर ए डॉट बी का कढ़ लिया आ चीज़, फिर आप ए डॉट बी का बार कढ़ना, बार का मतलब उल्ट, फिर आप ए का बार कढ़ लो, एक बी का बार कढ़ लो, फिर ए प्लस बी ए की बार प्लस बी की बार कढ़ना। ये सारिया जो चीज़ां आपां नूं चाहिए ने आप सारिया टेबल च लिखनियां। हुण पहलां पॉसिबिलिटी बनानी, दोनों 0 लै ली, 0 1 लै ली, 1 0 लै ली, 0 0। जो आप मल्टी करा 0 आ गया, यदा भी आंसर 0 आ गया, यदा भी आंसर 0 आ गया, यदा भी आंसर 1 आ गया। हूँ ए डॉट बी का आप बार कढ़ना, बार का मतलब उल्ट, उल्ट कर देना, जिते 1 आ 0 0 आ 1, देखो 0 का 1 0 का 1 0 का 1 1 का 0, ए प्लस बी का बार आ गया। हूँ आप कढ़ना वा एक ए का बार, ए का बार कढ़ लो इतों, एदा उल्ट कर दो 1 1 0 0, देखो आ गया, इदा एदा उल्ट कर दो 1 0 1 0 1 0 1 0 ठीक है। हूँ इन्होंने दोनों प्लस करना क्योंकि आप कटना ए का बार प्लस बी का बार, ए 1 प्लस 1 1 1 प्लस 0 1 0 प्लस 1 1 0 प्लस 0 0। हूँ देखो आ चीज़ इधरों आ वाली तो इधरों आह देखो बराबर ने सेम ने, यदा मतलब प्रूफ हो गया। ये चीज़ां प्रूफ करनी ने अपने ठीक है, क्योंकि मैं एक न्यूमेरिकल ही कराऊंगा, बाकी तुसीं आप करके सौखे ने जिहड़े औखे होणगे तो आपां एक दो ट्राई भी कर लांगे होर। ये सौखे न्यूमेरिकल सीगे। हुण आपां अगे शुरू करने लॉजिक गेट्स, भी लॉजिक गेट्स की हुंदे ने। हुण जिहड़े 3 जिहड़े अपने मेन हुंदे ने गेट ਜਿਹੜੇ ਆਪਾਂ ਆਪਰੇਸ਼ਨ ਦੇ ਹੁਣ ਪੜ੍ਹੇ ਨੇ, ਆਪਾਂ ਇੱਕ ਐਂਡ ਆਪਰੇਸ਼ਨ ਪੜ੍ਹਿਆ, ਔਰ ਆਪਰੇਸ਼ਨ ਪੜ੍ਹਿਆ ਤੇ ਇੱਕ ਨੋਟ ਆਪਰੇਸ਼ਨ ਪੜ੍ਹਿਆ, ਉਹਨਾਂ ਨਾਲ ਰਿਲੇਟਡ ਜਿਹੜੇ ਹੁੰਦੇ ਨੇ ਉਹਨੂੰ ਆਪਾਂ ਗੇਟਸ ਕਹਿੰਦੇ ਨੇ, ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਜਾਂ ਉਹਨਾਂ ਦੀ ਜਿਹੜੀਆਂ ਆਊਟਪੁੱਟ ਪ੍ਰੋਡਿਊਸ ਕਰਦੇ ਨੇ ਉਹਨਾਂ ਆਪਾਂ ਕਹਿੰਦੇ ਆ ਗੇਟਸ। ਹੁਣ ਇਸੇ ਦਾ 3 ਗੇਟ ਹੋਣਗੇ, ਇੱਕ ਐਂਡ ਗੇਟ, ਇੱਕ ਔਰ ਗੇਟ, ਇੱਕ ਨੋਟ ਗੇਟ, ਤਿੰਨਾਂ ਦੇ ਆਪਰੇਸ਼ਨ ਉਹੀ ਹੋਣਗੇ ਤੇ ਉਹਨਾਂ ਨੂੰ ਆਪਾਂ ਸਟੱਡੀ ਕਰਨਾ ਵੀ ਉਹਨਾਂ ਨੇ ਕੀ ਸਿੰਬਲ ਨੇ, ਕੀ ਆਊਟਪੁੱਟਸ ਨੇ। ਹੁਣ ਪਹਿਲੇ ਨੰਬਰ ਤੇ ਨੋਟ ਗੇਟ, ਨੋਟ ਗੇਟ ਨੂੰ ਆਪਾਂ ਇਨਵਰਟਰ ਵੀ ਕਹਿੰਦੇ ਨੇ। ਇਨਵਰਟਰ ਦਾ ਮਤਲਬ ਕੀ ਹੈ, ਇਨਵਰਟਰ ਉਹਦਾ ਮਤਲਬ ਕਿ ਇਨਪੁੱਟ ਨੂੰ ਇਨਵਰਟ ਕਰ ਦੇਣਾ, ਉਲਟ ਕਰ ਦੇਣਾ
ठीक है। ਇਹਦੇ ਵਿੱਚ ਕੀ ਹੈ, ਇਹਦਾ ਸਿੰਬਲ ਇਸ ਤਰ੍ਹਾਂ ਦਾ ਹੁੰਦਾ ਹੈ, ਇੱਕ ਟ੍ਰਾਇੰਗਲ ਬਣਾਣੀ ਹੈ, ਟ੍ਰਾਇੰਗਲ ਦੇ ਮੂਰੇ ਨੋਟ ਪਾਉਣਾ, ਆਹ 0 ਸਰਕਲ ਜਿਹਾ ਬਣਾ ਕੇ ਇਹਨੂੰ ਇਹ ਇਨਪੁਟ ਦਿੱਤੀ, y a ਦੀ ਬਾਰ ਆ ਜਾਣਾ। ਠੀਕ ਹੈ ਜੀ, ਇਹ ਨੋਟ ਗੇਟ ਸੀ। ਇਹਦਾ ਟਰੂਥ ਟੇਬਲ ਆਪਾਂ ਨੂੰ ਬਣਾਉਣਾ ਆਉਂਦਾ ਹੀ ਹੈ, ਜੇ 0 ਦੇਵਾਂਗੇ ਤਾਂ 1 ਤਾਂ 1 0, ਕੋਈ ਪ੍ਰੋਬਲਮ ਨਹੀਂ। ਹੁਣ ਇਹਨੂੰ ਆਪਾਂ ਸਰਕਟ ਡਾਇਗਰਾਮ ਦੇ ਵਿੱਚ ਐਨਾਲੌਗ ਸਿਸਟਮ ਦੇ ਵਿੱਚ ਕਿਵੇਂ ਆਪਾਂ ਜਿਵੇਂ ਟ੍ਰਾਂਸਟਰ ਲਾ ਕੇ ਰੈਜ਼ਿਸਟੈਂਸ ਲਾ ਕੇ ਕਿਵੇਂ ਆਪਾਂ ਇਹਨੂੰ ਪ੍ਰੂਵ ਕਰ ਸਕਦੇ ਹਾਂ। ਇਹਦੇ ਵਿੱਚ ਕਿ ਆਪਾਂ ट्रांसटर ला दिया NPN, पूरा मीटर कॉमन रख लिया, बेस ते कलैक्टर हो गया, इतने RB रेजिस्टेंस लाती, इतने RC रेजिस्टेंस लाती, इतने आप वोल्टेज देती नैगेटिव वोल्टेज, इतने अपने पॉजिटिव 5 वोल्ट की अप्लाई करती। हूँ जो मैं 0 वोल्टेज दूंगा, ठीक है, तो इन्हें कंडक्ट नहीं करना, तो जी आ वोल्टेज सारी उपरों नीचे आके इतने आउटपुट के आ जाऊ, तो आउटपुट कितनी आ जाऊ 1। जो मैं 5 वोल्ट दूंगा तो सैचुरेशन रीजन पहुँचूगा, कंडक्ट करना शुरू कर दूंगा। हूँ इतों 5 वोल्ट आ गई, इतों नैगेटिव आती सी, इतने वोल्टेज ड्रॉप हो जूगी, जी वोल्टेज आई -5 तो प्लस इतने 0 होगी, तो आउटपुट कितनी आ गई 0, तो दूसरा प्रूफ हो गया। ये चीज़ ध्यान रखनी है, ये थ्योरी के भी लिखा है, ठीक है, तुम इनू माड़ा जा पढ़ लेना चाहिए। आ सारा कुछ लिखा है, ये तुम थ्योरी लिखनी है, ए दी वैल्यू 0 आ तो की होंदा, ए दी वैल्यू 1 आ तो की होंदा। दूजे नंबर पर है अपने को OR गेट। OR गेट ਦੇ ਵਿੱਚ ਕੀ ਹੈ, ਇਹਦਾ ਸਿੰਬਲ ਜਿਹੜਾ ਵਾ ਉਹ ਇਸ ਤਰ੍ਹਾਂ ਦਾ ਹੁੰਦਾ, ਐਂ ਕਰਕੇ ਸਿੰਬਲ ਜ਼ਰੂਰ ਇਸ ਤਰ੍ਹਾਂ ਦੇ ਬਣਾਉਣੇ ਨੇ। ਸਿੰਬਲ ਮਾੜਾ ਜਿਹਾ ਫਰਕ ਪੈ ਗਿਆ ਤਾਂ ਥੋੜਾ ਗਲਤੀ ਹੈ। y a + b ਦਾ ਆਪਰੇਸ਼ਨ ਹੁੰਦਾ, ਇਹਦਾ ਪਲੱਸ ਕਰਦਾ ਹੁੰਦਾ a + b ਨੂੰ। ਇਹਦਾ ਜਿਹੜਾ ਟਰੂਥ ਟੇਬਲ ਇਹ ਆ, ਠੀਕ ਹੈ ਜੀ, ਪੋਸੀਬਿਲਿਟੀਆਂ ਬਣਾਉਣੀ ਹੈ, ਇਹ ਸਾਰਾ ਕੁਝ ਤੁਹਾਨੂੰ ਮੈਂ ਸਮਝਾ ਚੁੱਕਿਆ। ਹੁਣ ਜਿਹੜਾ ਇਹਨੂੰ ਆਪਾਂ ਪ੍ਰੂਫ ਕਰਨਾ ਉਹ ਕਿਵੇਂ ਕਰਨਾ, आ OR गेट है, ये की लगे होंगे 2 डायोड लगेंगे, एक D1 एक D2, ठीक है जी। इत्थे एक रेजिस्टेंस लगी होगी जिथे आप आउटपुट लेनी है, तो इत्थे आप Y आउटपुट लेनी, इत्थों आप 5 वोल्ट आप DC इनू आप देनी। ये जो ट्रुथ टेबल आ गलत बनाया है, वो आ वा सही, देखो सही आ वा, इत्थे इन्हें गलत करता है, उल्ट करके होर बनाता, एंड गेट का बनाता। आप आ चीज़ प्रूव करनी है, देखो 0 0 देवांगे, मैं दोनों 0 वोल्ट दी, दोनों डायोड जो कंडक्ट करनगे नहीं, तो आउटपुट की आऊगी 0। हुण मैं एक नूं डायोड नूं 5 वोल्ट देती, तो यह फॉरवर्ड बायस हो गया, आधा रिवर्स जी है, तो करंट इतों फ्लो करके सारा इत्थे पहुँच गया, तो आंसर 1 आ गया। फिर मैं दूसरे डायोड नूं 5 वोल्ट देती, इनू 0 देती, ये रिवर्स हो गया, ये फॉरवर्ड हो गया, क्योंकि P है पॉजिटिव नाल जुड़ा है, N नैगेटिव नाल जुड़ जाना, तो फॉरवर्ड हो गया, इतों करंट फ्लो करके इत्थे पहुँच गया, तो बल्ब चल गया, आ दूसरा हो गया। जो मैं दोनों पॉजिटिव वोल्टेज दोनों फॉरवर्ड बायस हो गए, तो दोनों फिर करंट किया फ्लो कर गया, तो अपने को फिर आउटपुट आ गया। ये प्रूव करना वा, ये अगे जो थोनों अपना थ्योरी है, आ देखो थ्योरी सारा कुछ लिखा है, ये थ्योरी तुसीं अपने को लिखनी है, जरूरी नहीं है भी आप बुक की कॉपी करनी है। जो इस थ्योरी च लिखा है मैं तुहानूं समझा दिता, ठीक है, उदां ही किहड़े कंडक्ट करते हैं, किहड़े नहीं कंडक्ट करते। उस तो बाद अपने को हैगा एंड गेट। एंड गेट दे विच की है, A.B है, ਇਹਦਾ ਜਿਹੜਾ ਸਿੰਬਲ ਹੈ ਉਹ ਇਸ ਤਰ੍ਹਾਂ ਹੁੰਦਾ D ਐ ਕਰਕੇ ਲੰਬਾ ਜਿਹਾ, ਇਹ A.B ਹੈ। ਇਹਦਾ ਟਰੂਥ ਟੇਬਲ ਹੋਆ ਵਾ, ਠੀਕ ਹੈ। ਹੁਣ ਇਹਨੂੰ ਆ ਪ੍ਰੂਫ ਕਰਨਾ, ਟਰੂਥ ਟੇਬਲ ਪ੍ਰੂਫ ਕਰਨ ਲਈ ਦੇਖੋ ਇਹ 'ਚ ਡਾਇਡ ਉਲਟ ਡਾਇਰੈਕਸ਼ਨ 'ਚ ਲਾ ਲੈਣੇ ਨੇ, ਉਹ 'ਚ ਇੱਧਰ ਨੂੰ ਲਾਏ ਸੀ, ਇਹ 'ਚ ਉਲਟ ਲਾ ਲੈਣੇ, दोनों ला के इत्थे रेजिस्टेंस लाती, इत्थे आप 5 वोल्ट की बैटरी एक होर लानी, ठीक है जी। हुण जदों मैं इनू कनैक्ट करूँगा 5 वोल्ट, ये की हो गया रिवर्स बायस, ये हो गया फॉरवर्ड बायस, ठीक है। तो जी वोल्ट इत्थे आई, ठीक है, वो इत्थे आ गए, इत्थे 5 वोल्ट जिथे -5 वोल्ट थी, इत्थे की ड्रॉप हो गई, तो आउटपुट कितनी आ गई 0। ਹੁਣ मैं इनू 5 वोल्ट देती, इनू नैगेटिव देती, इतों जी नैगेटिव वोल्टेज आई, इतने आके फिर ड्रॉप हो गई, तो आउटपुट कितनी आ गई 0, ठीक है। जो दोनों नैगेटिव दी, दोनों कनैक्ट करके तो वोल्टेज फिर ड्रॉप हो गई, तो इतने आउटपुट कितनी आ गई 0। आ तीन चीज़ां प्रूफ हो गई। हूँ दोनों मैं पॉजिटिव वोल्टेज देती, इनू भी पॉजिटिव देती, इनू भी पॉजिटिव, दोनों की रिवर्स बायस हो गई, तो इन्होंने कनैक्ट नहीं किया, तो जी आ वोल्टेज है सारी इतने 5 की 5 1 इतने आ गया, आंसर आ गया, ठीक है। ये सीगा अपने को एंड गेट।
ਇਹ ਤਿੰਨੇ ਜਿਹੜੇ ਆਪਾਂ ਜਿਹੜੇ ਗੇਟਸ ਨੇ ਉਹ ਕਰ ਚੁੱਕੇ ਹਾਂ, ਔਰ ਗੇਟ, ਐਂਡ ਗੇਟ ਤੇ ਨੋਟ ਗੇਟ। ਹੁਣ ਇਸ ਤੋਂ ਬਾਅਦ ਥੋੜੇ ਹੋਰ ਲੌਜਿਕ ਗੇਟਸ ਨੇ, ਕਿਹੜੇ ਕਿਹੜੇ? ਇੱਕ ਤਾਂ ਨੌਰ ਗੇਟ, ਔਰ ਗੇਟ ਸੀ ਨਾ, ਹੁਣ ਨੌਰ ਗੇਟ। ਨੌਰ ਗੇਟ ਦਾ ਕੰਮ ਕੀ ਹੈ? ਜਿਹੜੀ A ਤੇ B ਦੀ ਆਪਣੀ ਆਊਟ ਗੇਟ ਆਪਣਾ ਔਰ ਗੇਟ ਦੀ ਆਈ ਸੀ ਉਹਨੂੰ ਇਨਵਰਟ ਕਰ ਦੇਣਾ ਇਹਨੇ, ਠੀਕ ਹੈ, ਉਹਨੂੰ ਉਲਟ ਕਰ ਦੇਣਾ। ਮਤਲਬ ਇਹਦੇ ਸਿੰਬਲ ਇੱਕ ਡੀ ਮੋਰਗਨ ਫਸਟ ਥਿਊਰਮ ਲੱਗਦੀ ਹੈ, ਉਹ ਨੌਰ ਗੇਟ ਕਨਵਰਟ ਕਰ ਦਿੰਦੀ ਹੈ। ਉਹ ਇਹ ਆਪਾਂ ਅੱਗੇ ਜਾ ਕੇ ਪੜਾਂਗੇ। A ਪਲੱਸ B ਦਾ ਜਿਹੜਾ ਬਾਰ ਆ, ਮਤਲਬ ਔਰ ਗੇਟ ਕੀ ਹੈ, ਜਿਹੜਾ ਨੌਰ ਗੇਟ ਆ ਉਹ A ਪਲੱਸ B ਜਿਹੜਾ ਬਾਰ ਉਹਦਾ ਨੈਗੇਟਿਵ ਕਰ ਦਿੰਦਾ। ਉਹ ਕਿਹਦੇ ਬਰਾਬਰ ਆ? A ਦਾ ਬਾਰ ਪਲੱਸ B ਦਾ ਬਾਰ, ਡੈਟ ਇਜ਼ ਐਂਡ ਗੇਟ ਦਾ ਬਾਰ ਇਕੱਲੇ ਇਕੱਲੇ। ਹੁਣ ਔਰ ਗੇਟ ਲੈ ਲਿਆ, ਉਹ ਤੋਂ ਬਾਅਦ ਆਪਾਂ ਨੋਟ ਗੇਟ ਲਾਤਾ ਤਾਂ ਨੌਰ ਗੇਟ ਬਣ ਗਿਆ। ਹੁਣ ਕਿਵੇਂ ਕਰਾਂਗੇ? ਪਹਿਲਾਂ ਤਾਂ ਆਪਾਂ A B ਲੈ ਲਓ, ਸਾਰੀ ਪੋਸੀਬਿਲਿਟੀ ਲੈ ਲਓ, Y ਆਊਟਪੁੱਟ ਕੱਢ ਲਈ ਇੱਥੇ ਔਰ ਗੇਟ ਦੀ 0 1 1 1 ਆ ਗਈ। ਹੁਣ A ਪਲੱਸ B ਦਾ ਬਾਰ ਕਰਤਾ, ਤਾਂ ਇਹਦਾ ਬਾਰ ਕਰਨ ਦਾ ਮਤਲਬ ਕੀ ਹੈ? ਇਹਨੂੰ ਉਲਟ ਕਰ ਦੇਣਾ, 0 ਦੀ 1 1 1 1 ਆ ਗਿਆ, ਆ ਚੀਜ਼ ਹੈ, ਠੀਕ ਹੈ। ਇੱਦਾਂ ਹੀ ਹੁਣ ਆਪਾਂ ਆ ਆਪਣੇ ਕੋਲ ਜਿਹੜੀ ਆਪਣੀ ਉਹਦੀ ਨੌਰ ਗੇਟ ਦੀ ਆਊਟਪੁੱਟ ਆ ਗਈ ਟੇਬਲ। ਹੁਣ ਆਪਾਂ ਨੈਂਦ ਗੇਟ ਕੱਢਣਾ। ਨੈਂਦ ਗੇਟ ਥਿਊਰਮ ਜਿਹੜੀ ਆ ਡੀ ਮੋਰਗਨ ਥਿਊਰਮ ਆ, ਉਹਨੂੰ ਸੈਕਿੰਡ ਨੂੰ ਫੋਲੋ ਕਰਦਾ। ਮਤਲਬ A ਡਾਟ B ਦਾ ਜਿਹੜਾ ਬਾਰ ਆ ਉਹ A ਦਾ ਬਾਰ ਪਲੱਸ B ਦਾ ਬਾਰ, ਮਤਲਬ ਉਹਦੇ ਵਿੱਚ ਵੜ ਜਾਂਦਾ, ਔਰ ਗੇਟ ਦੇ ਵਿੱਚ ਬਣ ਜਾਂਦਾ। ਔਰ ਆਪਰੇਸ਼ਨ ਲੱਗੇ ਨਾ ਇੱਥੇ, ਐਂਡ ਗੇਟ ਸੀ, ਔਰ ਆਪਰੇਸ਼ਨ ਲੱਗ ਗਿਆ। ਹੁਣ ਇਹਨੂੰ ਵੀ ਆਪਾਂ ਪ੍ਰੂਵ ਕਰਨ ਉੱਤੇ ਦੇਖੋ ਐਂਡ ਗੇਟ ਲਾਤਾ, ਉਸ ਤੋਂ ਬਾਅਦ ਨੋਟ ਗੇਟ ਲਾਤਾ, ਤਾਂ ਆ ਚੀਜ਼ ਬਣ ਗਈ। ਤਾਂ ਆਪਾਂ ਇਹਦੀ ਪਹਿਲਾਂ ਤਾਂ ਐਂਡ ਗੇਟ ਦੀ ਆਊਟਪੁੱਟ ਕੱਢ ਲਈ, ਫਿਰ ਉਹਦਾ ਉਲਟ ਕਰਤਾ, ਠੀਕ ਹੈ। ਤਾਂ ਆਪਣੇ ਕੋਲ ਟਰੂਥ ਟੇਬਲ ਬਣ ਗਿਆ, ਆ ਟਰੂਥ ਟੇਬਲ ਬਣ ਗਿਆ। ਤਾਂ ਅੱਗੇ ਹੈਗਾ ਐਕਸਕਲੂਸਿਵ ਔਰ ਗੇਟ, ਐਕਸੋਰ ਗੇਟ ਵੀ ਕਹਿੰਦੇ, ਐਕਸਕਲੂਸਿਵ ਔਰ ਗੇਟ ਵੀ ਕਹਿੰਦੇ। ਇਹਦਾ ਜਿਹੜਾ ਆਊਟਪੁੱਟ ਆ ਉਹ ਇਸ ਤਰ੍ਹਾਂ ਦੀ ਬਣਦੀ ਹੈ। ਦੇਖੋ ਇਹਦੇ ਆਊਟਪੁੱਟ ਐਕਸਪ੍ਰੈਸ਼ਨ ਇਸ ਤਰ੍ਹਾਂ ਦਾ, y ਇਜ਼ ਇਕੁਅਲ ਟੂ A ਦੀ ਬਾਰ, ਇੱਕ ਵਾਰ B ਆ ਗਿਆ ਪਲੱਸ A ਫਿਰ ਉਹਦੇ ਰੱਖ ਲਿਆ ਇਨਟੂ B ਦੀ ਬਾਰ। ਇਹਦੀ ਆਊਟਪੁੱਟ ਦਾ ਐਕਸਪ੍ਰੈਸ਼ਨ ਇਹ ਹੈ। ਇਹਨੂੰ ਆਪਾਂ ਸਿੰਬਲ ਦੇ ਤੌਰ ਤੇ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ ਹਾਂ y ਇਜ਼ ਇਕੁਅਲ ਟੂ A ਪਲੱਸ ਦਾ ਪਾ ਕੇ ਪਰ ਸਰਕਲ ਇਨਟੂ B, ਐਕਸੋਰ ਗੇਟ, ਠੀਕ ਹੈ। ਇਹਨੂੰ ਆਪਾਂ ਬਣਾਉਣਾ ਕਿਵੇਂ ਹੈ? ਐਂਡ ਗੇਟ ਦੋ ਯੂਜ਼ ਕਰਕੇ ਤੇ ਇੱਕ ਔਰ ਗੇਟ। ਹੁਣ ਦੇਖੋ ਆਹ ਐਕਸਪ੍ਰੈਸ਼ਨ ਤੋਂ ਬਣਨਾ ਹੈ, ਆਹ ਜਿਹੜੀ ਸਰਕਟ ਡਾਇਗਰਾਮ ਬਣਨੀ ਹੈ ਨਾ, ਐਕਸਪ੍ਰੈਸ਼ਨ ਤੋਂ ਬਣਨੀ ਹੈ। ਕੀ ਚੀਜ਼ਾਂ ਚਾਹੀਦੀਆਂ ਨੇ ਆਪਣੇ ਕੋਲ? ਇੱਕ ਤਾਂ A ਤੇ B ਦੋ ਤਾਂ ਇਨਪੁਟ ਚਾਹੀਦੀ ਨੇ ਆਪਣੇ ਕੋਲ, ਇੱਕ ਬਾਰ ਚਾਹੀਦੀ ਹੈ, ਇੱਕ B ਦੀ ਬਾਰ ਚਾਹੀਦੀ ਹੈ। ਹੁਣ ਮੈਂ ਕੀ ਕੀਤਾ, A ਤੇ B ਦੋ ਇਨਪੁਟ ਲੈ ਲਈਆਂ। ਉਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਲਾਉਣਾ ਐਂਡ ਗੇਟ। ਆਹ ਐਂਡ ਗੇਟ ਦਾ ਆਪਰੇਸ਼ਨ ਹੈ, ਆਹ ਔਰ ਦਾ। ਪਹਿਲਾਂ ਤਾਂ ਆਪਾਂ ਨੂੰ ਐਂਡ ਚਾਹੀਦੀਆਂ ਨੇ, A ਦੀ ਬਾਰ ਤੇ ਇਨਟੂ B ਚਾਹੀਦਾ, ਤਾਂ ਮੈਂ A ਦੀ ਬਾਰ ਕੱਢ ਲਿਆ। ਮੈਂ ਇੱਥੇ ਕੀ ਨੋਟ ਗੇਟ ਲਾਤਾ, ਇੱਥੋਂ A ਸੀ, ਇੱਥੇ A ਦੀ ਬਾਰ ਆ ਗਿਆ, ਠੀਕ ਹੈ। ਉਸ ਤੋਂ ਬਾਅਦ A ਆ B ਸਿੱਧੀ ਆ ਗਿਆ ਸੀ। ਇਹਨਾਂ ਦੋਨਾਂ ਨੂੰ ਕੀ ਕਰਨਾ ਆਪਾਂ ਨੇ? ਐਂਡ ਗੇਟ ਲਾਤਾ, ਆ ਐਂਡ ਗੇਟ ਲਾਤਾ, ਆ ਜੀ ਬਣ ਗਈ, ਇਹਦੀ ਆਊਟਪੁੱਟ ਆ ਗਈ। ਹੁਣ ਆਪਾਂ ਨੂੰ ਚਾਹੀਦੀ ਆ, ਇਹ ਮੈਂ ਇੱਕ ਹੋਰ ਥੱਲੇ ਐਂਡ ਗੇਟ ਲਾਤਾ ਕਿਉਂਕਿ ਇਹਨਾਂ ਡਾਟ ਆ, ਠੀਕ ਹੈ। ਐਂਡ ਗੇਟ ਲਾ ਕੇ ਉਹਨੂੰ ਚਾਹੀਦਾ B ਦੀ ਬਾਰ ਚਾਹੀਦੀ, ਮੈਂ ਇੱਥੋਂ B ਦੀ ਬਾਰ B ਚੱਕ ਲਿਆ, B ਚੱਕ ਕੇ ਇੱਥੇ ਨੋਟ ਗੇਟ ਲਾਤਾ, ਇੱਥੇ ਕੀ ਹੈਗਾ B ਦੀ ਬਾਰ। ਪਰ A ਆਪਾਂ ਨੂੰ ਉਦਾਂ ਹੀ ਜਿਹਦੇ ਬਾਰ ਨਹੀਂ ਚਾਹੀਦਾ, ਤਾਂ ਆਪਾਂ A ਆਪਾਂ ਸਿੱਧਾ ਚੱਲ ਲਿਆ ਇੱਥੋਂ। ਜੇ ਇੱਥੋਂ ਚੱਕਾਂਗੇ ਬਾਰ ਆਊਗਾ, ਇੱਥੇ ਚੱਕਾਂਗੇ ਆਪਾਂ A ਆ ਗਿਆ। ਇਹਨੂੰ ਆਪਾਂ ਐਂਡ ਗੇਟ ਲਾਤਾ ਤਾਂ ਆਪਣੇ ਕੋਲ ਆਹ ਚੀਜ਼ ਆ। ਹੁਣ ਜਿਹੜੀਆਂ ਦੋਨੇ ਚੀਜ਼ਾਂ ਆ ਗਈਆਂ, ਇਹਦੇ 'ਚ ਕੀ ਲਿਖਿਆ ਹੈ? ਔਰ ਆਪਰੇਸ਼ਨ, ਆਹ ਵਾਲਾ ਪਲੱਸ ਦਾ ਨਿਸ਼ਾਨ, ਤਾਂ ਆਪਾਂ ਇੱਥੇ ਔਰ ਗੇਟ ਲਾਣਾ, ਤਾਂ ਆਪਣੇ ਕੋਲ ਆਹ ਚੀਜ਼ ਬਣ ਗਈ। ਇਹ ਜਿਹੜੀ ਸਰਕਟ ਡਾਇਗਰਾਮ ਆ ਇਹ ਹੈਗੀ ਆ ਐਕਸੋਰ ਗੇਟ ਦੀ, ਇਹ ਯਾਦ ਰੱਖਣੀ ਹੈ, ਬਣਾਉਣੀ ਹੋਣੀ ਚਾਹੀਦੀ ਤੁਹਾਨੂੰ। ਇਹਨੂੰ ਸਿੰਬਲ ਜਿਹੜਾ ਵਾ ਕਿਵੇਂ ਯੂਜ਼ ਕਰਨਾ, ਤਾਂ ਆਪਾਂ ਔਰ ਗੇਟ ਬਣਾ ਕੇ ਉਹਦੇ ਨਾਲ ਇੱਧਰਲੇ ਪਾਸੇ ਇੱਥਾਂ ਡੰਡੀ ਬਣਾਉਣੀ ਹੈ ਐਂ ਸਰਕਲ ਦੇ ਵਿੱਚ, ਠੀਕ ਹੈ। ਤੇਰਾ ਆਊਟਪੁੱਟ ਜਿਹੜੀ ਨਿਸ਼ਨ ਆ ਉਹ ਇਸ ਤਰ੍ਹਾਂ ਦੇਣੀ ਹੈ। ਇਹ ਸੀਗਾ ਆਪਣੇ ਕੋਲ ਐਕਸੋਰ ਗੇਟ। ਠੀਕ ਹੈ ਜੀ। ਇਹਦੀ ਆਊਟਪੁੱਟ ਦੇ ਵਿੱਚ ਸਿਰਫ ਇੱਕ ਹੀ ਫਰਕ ਪੈਣਾ, ਸਾਰੀ ਆਊਟਪੁੱਟ ਐਂਡ ਔਰ ਗੇਟ ਵਰਗੀ ਹੋਈ ਹੈ, ਪਰ ਇਹਨੇ ਜਿੱਥੇ 1 1 ਕਰਨਾ ਨਾ, ਜਿਹੜੀ 1 1 ਵਾਲੀ ਆ ਉੱਥੇ ਆਊਟਪੁੱਟ 0 ਕਰ ਦੇਣੀ। ਦੇਖੋ ਔਰ ਐਂਡ ਗੇਟ ਜਿਹੜਾ ਆਪਾਂ ਔਰ ਗੇਟ ਸੀਗਾ ਉਹ 'ਚ ਆਹ 1 ਆਉਂਦਾ ਸੀ, ਆ ਵੀ 1 ਆਉਂਦਾ ਸੀ, ਆ ਵੀ 1 ਆਉਂਦਾ, ਆ ਵੀ 1 ਆਉਂਦਾ ਸੀ, ਆਹ 0 ਆਉਂਦਾ ਸੀ। ਜਦੋਂ ਦੋਨੇ 1 1 ਕਰਤੀਆਂ ਤਾਂ ਉਹਨੂੰ 0 ਕਰ ਦੇਣਾ ਐਕਸੋਰ ਗੇਟ ਨੇ, ਬਸ। ਇਹ
ਜਿਹੜਾ ਡਿਫਰੈਂਸ ਆ ਆਹੀ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਨੌਰ ਗੇਟ ਹੁੰਦਾ, ਐਕਸਨੌਰ ਗੇਟ, ਐਕਸਕਲੂਸਿਵ ਔਰ ਗੇਟ, ਐਕਸਨੌਰ ਗੇਟ ਹੁੰਦਾ, ਨੌਰ ਗੇਟ, ਐਕਸਕਲੂਸਿਵ ਤੇ ਐਕਸਨੌਰ ਗੇਟ। ਹੁਣ ਇਹਦੀ ਜਿਹੜੀ ਆਊਟਪੁੱਟ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ, ਇਹਦੇ ਦੇਖੋ y a ਡਾਟ b, ਇਹ ਐਕਸਪ੍ਰੈਸ਼ਨ ਯਾਦ ਰੱਖਣਾ ਤਾਂ ਤੁਹਾਨੂੰ ਇਹ ਸਰਕਟ ਡਾਇਗਰਾਮ ਬਣਨੀ ਹੈ, ਪਲੱਸ a ਦੀ ਬਾਰ ਤੇ b ਦੀ ਬਾਰ। ਹੁਣ ਇਹ 'ਚ ਦੇਖੋ ਪਹਿਲਾਂ ਤਾਂ ਇੱਕ ਤਾਂ ਇਹਨੂੰ ਆਪਾਂ ਲਿਖ ਸਕਦੇ a ਡਾਟ b ਦੀ ਬਾਰ। ਇਹਨੇ ਕਰਨਾ ਕੀ ਹੈ, ਜਿਹੜਾ ਐਕਸੋਰ ਗੇਟ ਆਪਾਂ ਹੁਣ ਪੜ੍ਹਿਆ ਸੀ ਉਹਦਾ ਉਲਟ ਕਰ ਦੇਣਾ, ਜਿੱਥੇ 1 ਆ 0, 0 ਆ 1 ਕਰ ਟੇਬਲ ਦੇ ਵਿੱਚ, ਆਊਟਪੁੱਟ ਦੇ ਵਿੱਚ। ਹੁਣ ਦੇਖੋ ਜਿਹੜੀਆਂ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਉਹ ਚੀਜ਼ਾਂ, ਪਹਿਲਾਂ ਤਾਂ a ਦੀ ਬਾਰ b ਦੀ ਬਾਰ ਚਾਹੀਦਾ, ਇੱਕ a b ਚਾਹੀਦਾ, ਤਾਂ ਮੈਂ ਕੀ ਇੱਕ ਐਂਡ ਗੇਟ ਲਾਤਾ ਕਿਉਂਕਿ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਐਂਡ ਗੇਟ ਡਾਟ ਲੱਗਿਆ ਹੈ। ਠੀਕ ਹੈ, ਦੋਨੇ ਮੈਂ ਇੱਕ ਤਾਂ ਆ ਐਂਡ ਗੇਟ ਲਾਉਣਾ ਪੈਣਾ, ਕਿੱਥੇ ਐਂਡ ਗੇਟ, ਫਿਰ ਉਹਨਾਂ ਦਾ ਔਰ ਗੇਟ ਲਾਉਣਾ ਪੈਣਾ। ਹੁਣ ਪਹਿਲਾਂ ਮੈਂ ਇਹਦਾ ਲਾਤਾ, ਚਾਹੇ ਇੱਕੋ ਗੱਲ ਕਰ ਲਓ, ਆ ਮੈਂ a b ਲੈ ਲਿਆ, ਐਂਡ ਗੇਟ ਲੈ ਲਿਆ, ਆ a ਤੇ b ਲੈ ਲਈਆਂ ਦੋ, ਇੱਥੋਂ ਆਪਾਂ ਨੋਟ ਗੇਟ ਲਾਤਾ, ਇੱਥੇ ਆ ਗਿਆ a ਦੀ ਬਾਰ, ਇੱਥੇ ਵੀ ਆ ਗਿਆ b ਦੀ ਬਾਰ। ਇਹਨਾਂ ਦੋਨਾਂ ਨੂੰ ਪਲੱਸ ਕਰਕੇ ਕੀ ਬਣਾਤਾ ਇਹਨੇ, a ਦੀ ਬਾਰ ਇਨ ਡਾਟ b ਦੀ ਬਾਰ। ਅੱਗੇ ਆਪਾਂ ਨੂੰ ਇੱਕ ਚਾਹੀਦਾ a b, ਆਪਾਂ ਇੱਥੋਂ a b ਲੈ ਲਿਆ ਸੇਮ, ਇੱਥੋਂ ਆਪਾਂ ਐਂਡ ਗੇਟ ਲਾ ਕੇ। ਹੁਣ ਜਿਹੜੀ ਇਹ ਦੋਨੇ ਚੀਜ਼ਾਂ ਨੇ, ਇਹਨਾਂ ਦੋਨਾਂ ਚਾਹੀਦਾ ਆਪਾਂ ਨੂੰ ਔਰ ਗੇਟ, ਤਾਂ ਦੋਨਾਂ ਨੂੰ ਆਪਾਂ ਔਰ ਗੇਟ ਲਾਤਾ, ਤਾਂ ਆਪਣੇ ਕੋਲ ਆਹ ਚੀਜ਼ ਆ ਗਈ। ਠੀਕ ਹੈ, ਹੁਣ ਜਿਹੜਾ ਇਹਦਾ ਸਿੰਬਲ ਆ ਜਿਹੜਾ ਆਪਾਂ ਯੂਜ਼ ਕਰਦੇ ਆ ਉਹ ਐਕਸਨੋਰ ਗੇਟ ਵਰਗਾ ਹੀ ਹੈ, ਬਟ ਸਿਰਫ ਇਹਦੇ ਮੂਹਰੇ ਇੱਕ ਆ ਸਰਕਲ ਪਾਉਣਾ ਛੋਟਾ ਜਿਹਾ, ਤੇ ਇਹਦੀ ਆਊਟਪੁੱਟ ਕੰਡੀਸ਼ਨ ਆ। ਠੀਕ ਹੈ, ਅੱਗੇ ਟਰੂਥ ਟੇਬਲ ਹੈ, ਉਹ ਮੈਂ ਤੁਹਾਨੂੰ ਦੱਸੀ ਹੈ। ਟਰੂਥ ਟੇਬਲ ਦੇ ਵਿੱਚ ਕੀ ਹੈ, ਜਿਹੜੀ ਆਪਣੇ ਕੋ ਦੇਖੋ ਉਹਦੇ ਵਿੱਚ ਆ 1 1 ਆਉਂਦੀਆਂ ਸੀ, ਇਹ 0 0 ਹੋ ਗਈਆਂ, ਆ 0 0 ਆਉਂਦੀਆਂ ਸੀਗੀਆਂ, ਇਹ 1 1 ਹੋ ਗਈ, ਉਹਨੂੰ ਉਲਟ ਕਰ ਦੇਣਾ, ਇਹਨੂੰ ਆਪਾਂ ਕਹਿੰਦੇ ਆ ਐਕਸੋਰ ਨੌਰ ਗੇਟ ਔਰ ਐਕਸਨੌਰ ਗੇਟ। ਹੁਣ ਇੱਕ ਰੈਸ਼ਨਲਾਈਜੇਸ਼ਨ ਆਫ ਲੌਜਿਕ ਗੇਟਸ ਨੇ, ਫੰਕਸ਼ਨਸ ਨੇ ਯੂਜ਼ਿੰਗ ਨੈਂਡ ਗੇਟ। ਇੱਕ ਨੈਂਡ ਗੇਟ ਆ, ਨੈਂਡ ਗੇਟ ਯੂਜ਼ ਕਰਕੇ ਆਪਾਂ ਨੇ ਨੌਰ ਗੇਟ ਵੀ ਬਣਾ ਸਕਦੇ ਹਾਂ। ਠੀਕ ਹੈ, ਐਂਡ ਗੇਟ ਵੀ ਬਣਾ ਸਕਦੇ ਹਾਂ, ਨੋਟ ਗੇਟ ਵੀ ਬਣਾ ਸਕਦੇ ਹਾਂ, ਨੌਰ ਗੇਟ ਵੀ ਬਣਾ ਸਕਦੇ ਹਾਂ। ਇੱਕ ਨੈਂਡ ਗੇਟ ਇੱਕ ਇਹੋ ਜਿਹਾ ਜਿਹਨੂੰ ਆਪਾਂ ਸਾਰਾ ਕੁਝ ਬਣਾ ਸਕਦੇ ਹਾਂ, ਔਰ ਗੇਟ ਵੀ, ਨੋਟ ਗੇਟ ਵੀ ਤੇ ਔਰ ਨੈਂਡ ਐਂਡ ਗੇਟ ਵੀ। ਉਹ ਕੀ ਚੀਜ਼ ਹੈ, ਨੈਂਡ ਗੇਟ ਕੀ ਹੈ, ਮਤਲਬ ਇਹ ਐਂਡ ਗੇਟ ਦਾ ਉਲਟ, ਜੋ ਐਂਡ ਗੇਟ ਦੀ ਆਊਟਪੁੱਟ ਆ ਉਹਦਾ ਇਨਵਰਸ ਆ, ਉਹਨੂੰ ਆਪਾਂ ਨੈਂਡ ਗੇਟ ਕਹਿੰਦੇ ਹਾਂ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਨੋਟ ਗੇਟ ਯੂਜ਼ਿੰਗ ਨੈਂਡ ਗੇਟ। ਆਪਣੇ ਇੱਕ ਨੈਂਡ ਗੇਟ ਕੀ ਹੈ, ਆਪਾਂ ਐਂਡ ਗੇਟ ਲੈ ਲਿਆ, ਉਹਦੀਆਂ ਦੋਨੇ ਇਨਪੁੱਟ ਨੂੰ, ਕਿਉਂਕਿ ਜਿਹੜੀ ਨੋਟ ਗੇਟ ਆ ਉਹਦੀ ਜਿਹੜੀ ਆ ਇਨਪੁੱਟ ਇੱਕ ਹੁੰਦੀ ਹੈ, ਤਾਂ ਦੋਨਾਂ ਇਨਪੁੱਟ ਨੂੰ ਮੈਂ ਜੋੜਤਾ, ਉਹਨੂੰ ਇੱਕ ਇਨਪੁੱਟ ਬਣਾਤਾ, ਇੱਦਾਂ ਹੀ ਆਊਟਪੁੱਟ ਆ ਗਈ। ਤਾਂ ਹੁਣ ਇਹ a ਦੇਵਾਂਗੇ 0 ਦੇਵਾਂਗੇ 1 1 ਦੇਵਾਂਗੇ ਤੇ 0 ਆ ਜਾਊ। ਠੀਕ ਹੈ, ਤਾਂ ਆਪਣੇ ਕੋਲ ਇਹ ਕੀ ਬਣ ਗਿਆ, ਨੋਟ ਗੇਟ ਯੂਜ਼ਿੰਗ ਨੈਂਡ ਗੇਟ। ਹੁਣ ਐਂਡ ਗੇਟ ਯੂਜ਼ਿੰਗ ਨੈਂਡ ਗੇਟ। ਹੁਣ ਦੇਖੋ ਇਹ ਬਣਾਉਣ ਲਈ ਨਾ ਆਪਾਂ ਨੂੰ ਪਹਿਲਾਂ ਤਾਂ ਜਿਹੜੇ ਆਪਣੇ ਟਰੂਥ ਟੇਬਲ ਨੇ ਉਹ ਬਣਾਉਣੇ ਹੋਣੇ ਚਾਹੀਦੇ ਨੇ, ਵੀ ਆਪਾਂ ਨੂੰ ਆਊਟਪੁੱਟ ਪਤਾ ਹੋਣੀ ਚਾਹੀਦੀ ਹੈ ਵੀ ਐਂਡ ਨੈਂਡ ਗੇਟ ਦੀ ਕੀ ਹੈ, ਐਂਡ ਗੇਟ ਦੀ ਕੀ। ਹੁਣ ਜਿਹੜੀ ਐਂਡ ਗੇਟ ਦੀ ਆਊਟਪੁੱਟ ਆ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ 1 1 ਹੋਊਗਾ ਦੋਨੇ ਪਾਸੇ ਆ, ਦੇਖੋ 1 1 ਤਾਂ ਉਹਦੀ ਆਊਟਪੁੱਟ 1 ਆਊਗੀ। ਇਹਦਾ ਮਤਲਬ ਆ ਐਂਡ ਗੇਟ ਦੀ ਆਊਟਪੁੱਟ ਆ ਵਾਲੀ ਜਿਹੜੀ ਮੈਂ ਤੁਹਾਨੂੰ ਲਾਸਟ ਦੇ ਵਿੱਚ ਜਿਹੜੀ ਬਣਾਈ ਇਹਨਾਂ ਨੇ, ਇਹ ਐਂਡ ਗੇਟ ਦੀ ਆਊਟਪੁੱਟ ਆ ਕਿਸੇ ਹੋਰ ਚੀਜ਼ ਦੀ। ਹੁਣ ਆਪਾਂ ਕੀ ਕੀਤਾ, ਮੈਂ ਨੈਂਡ ਗੇਟ ਲੈ ਲਿਆ, ਕਿਉਂਕਿ ਆਪਾਂ ਨੈਂਡ ਗੇਟ ਲੈ ਕੇ ਹੀ ਆਪਾਂ ਐਂਡ ਗੇਟ ਬਣਾਉਣਾ। ਆਪਾਂ ਨੈਂਡ ਗੇਟ ਲੈ ਲਿਆ, ਦੋ ਇਨਪੁੱਟ ਲੈ ਲਈਆਂ, ਤਾਂ ਆਪਣੇ ਕੋਲ y ਆਊਗੀ a ਡਾਟ b ਦੀ ਬਾਰ ਆ ਜਾਊਗੀ, ਮਤਲਬ 0 0 ਦਾ 1 1 0 ਦਾ 1 0 1 ਦਾ 1 1 ਦਾ 1, ਕਿਉਂਕਿ ਇਹ ਉਲਟ ਆਊਗੀ, ਇੱਥੇ 0 0 ਆਉਣੀ ਚਾਹੀਦੀ ਸੀ ਨਾ 1 1, ਕਿਉਂਕਿ ਨੈਂਡ ਗੇਟ 1 1 0 ਆ ਗਈ। ਹੁਣ ਆਪਾਂ ਇਹਨੂੰ ਉਲਟਾਉਣਾ, ਉਲਟਾਉਣ ਲਈ ਆਪਾਂ ਕੀ ਯੂਜ਼ ਕਰਦੇ ਹੁੰਦੇ ਆ, ਨੋਟ ਗੇਟ। ਪਰ ਹੁਣ ਇੱਥੇ ਨੋਟ ਗੇਟ ਨਹੀਂ ਲਾ ਸਕਦੇ ਤੁਸੀਂ, ਵੀ ਨੋਟ ਗੇਟ ਦਾ ਇਸ ਤਰ੍ਹਾਂ ਸਿੰਬਲ ਹੁੰਦਾ ਆਵਲਾ, ਉਹਨੇ ਉਲਟਾ ਦੇਣਾ, ਇੱਕ ਇਨਪੁੱਟ ਹੁੰਦੀ ਹੈ ਇੱਕ ਆਊਟਪੁੱਟ। ਪਰ ਆਪਾਂ ਨੇ ਕੀ ਲਿਖਿਆ ਵਾ, ਯੂਜ਼ਿੰਗ ਨੈਂਡ ਗੇਟ, ਤਾਂ ਆਪਾਂ ਨੈਂਡ ਗੇਟ ਇੱਕ ਹੋਰ ਯੂਜ਼ ਕਰ ਲੈਣਾ ਜਿਹਦੀ ਇਨਪੁੱਟ ਇੱਕ 1 ਹੋਵੇ, ਆਊਟਪੁੱਟ। ਤਾਂ ਇਹਨੇ ਕੀ ਇਹਨੂੰ ਉਲਟਾ ਕੇ ਭੇਜ ਦੇਣਾ, ਤਾਂ ਆਪਣੇ ਕੋਲ ਜਿਹੜੀ ਆਊਟਪੁੱਟ ਆ ਜੂਗੀ ਇਹ ਕਿਹਦੀ ਆ ਜੂਗੀ, ਆਊਟਪੁੱਟ ਆਫ ਏ ਨੈਂਡ ਗੇਟ। ਠੀਕ ਹੈ ਜੀ, ਧਿਆਨ ਰੱਖਣਾ ਵੀ ਕਿਉਂਕਿ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਵੀ ਆਪਾਂ ਨੈਂਡ ਗੇਟ ਯੂਜ਼ ਕਰਕੇ ਹੀ ਐਂਡ ਗੇਟ ਬਣਾਉਣਾ, ਤਾਂ ਆਪਾਂ ਨੋਟ ਗੇਟ ਨਹੀਂ ਯੂਜ਼ ਕਰ ਸਕਦੇ ਇਹ 'ਚ। ਹਾਂਜੀ,
नहीं लिखा है फिर आप कर सकते हुण OR गेट यूजिंग NAND गेट OR गेट बनाना ਹੁਣ OR गेट ਦੀ ਪਹਿਲਾਂ ਤਾਂ ਆਪਾਂ ਨੂੰ ਆਊਟਪੁੱਟ ਪਤਾ ਹੋਣੀ ਚਾਹੀਦੀ ਕਿੰਨੀ ਹੈ ਆਊਟਪੁੱਟ ਕੀ ਹੁੰਦੀ ਹੈ 0 1 1 1 ਤਾਂ ਆਪਾਂ ਇੱਕ ਪਹਿਲਾਂ NAND गेट ਲੱਤਾ ਉਹਦੀ ਦੋਨਾਂ ਦੀ ਇਨਪੁੱਟ ਦੀ ਇੱਕ ਬਣਾਤੀ ਇਦਾਂ ਇੱਕ ਹੋਰ NAND गेट ਲੈਤਾ ਉਹਨਾਂ ਦੋਨਾਂ ਦੀ ਇਨਪੁੱਟ ਬਣਾ ਕੇ ਇੱਕ ਬਣਾਤੀ ਇਹਨਾਂ ਦੋਨਾਂ ਦੀ ਆ ਗਈ A ਦੀ ਬਾਰ B ਦੀ ਬਾਰ ਇਹ ਤੋਂ ਬਾਅਦ ਇੱਕ NAND गेट ਆਪਾਂ ਹੋਰ ਲਾਤਾ ਕਿਉਂ ਕਿਉਂਕਿ ਦੇਖੋ ਜਿਹੜੀ ਇਹਨਾਂ ਦੀ ਆਊਟਪੁੱਟ ਆਈ ਦੋਨਾਂ ਦੀ A ਦੀ ਬਾਰ B ਦੀ ਬਾਰ ਆਪਣੇ ਕੋਲ ਆ ਗਈ ਜੇ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ ठीक है ਤਾਂ ਕੀ ਬਣੂ ਇਹਨਾਂ ਦੋਨੋਂ ਮਲਟੀਪਲਾਈ ਕਰਾਂਗੇ 1 into 1 1 ਪਰ 1 ਦੀ ਬਾਰ ਚਾਹੀਦਾ ਆਪਾਂ ਨੂੰ ਇਹਦਾ ਮਤਲਬ ਆਪਾਂ NAND गेट ਲਾਤਾ ਠੀਕ ਹੈ ਤੇ 1 into 1 1 ਆ ਗਿਆ 1 ਦੀ ਬਾਰ ਬਣ ਗਿਆ 0 ਆ 0 1 1 ਆਊਟਪੁੱਟ ਆ ਜੂਗੀ ਤਾਂ ਆਪਣੇ ਕੋਲ ਕੀ ਬਣ ਗਿਆ ਇਹ ਜਿਹੜੀ ਆਊਟਪੁੱਟ ਹੈ ਕਿਹਦੀ ਹੈ AND गेट ਨਹੀਂ ਸੌਰੀ OR गेट ਦੀ ਠੀਕ ਹੈ ਜੀ ਇਹ ਸੀਗਾ ਸਰਕਟ ਡਾਇਗਰਾਮ ਆਪਣਾ OR गेट ਦਾ ਯੂਜ਼ਿੰਗ NAND गेट ਅੱਗੇ NOR गेट ਹੈ ਯੂਜ਼ਿੰਗ NAND गेट NOR गेट ਬਣਾਉਣਾ ਯੂਜ਼ਿੰਗ NAND गेट NOR गेट ਦੀ ਤੁਹਾਨੂੰ ਦੱਸਿਆ ਸੀਗਾ ਵੀ ਕੀ ਹੈ A plus B ਦੀ ਬਾਰ ਹੈ ਉਲਟ ਕਰ ਦਿੰਦਾ 1 1 1 ਦੀ ਜਗ੍ਹਾ ਤੇ 0 0 ਹੈ ਨਾ ਹੁਣ ਆਪਾਂ ਉਹਦੀ ਆਊਟਪੁੱਟ ਜਿਹੜੀ ਹੁੰਦੀ ਆ ਹੁੰਦੀ ਹੈ 1 0 0 0 जबकि AND गेट OR गेट दी होंदी है 0 1 1 1 ये की है NOR गेट ध्यान रखना है कि कहना यूजिंग NAND गेट तो आप NAND गेट एक ले लिया ओदी A दी बार कटता इदी NAND गेट दूजे ले लिया B दी बार करता फिर दोनों ने प्लस करता A प्लस B दी बार आ करता ठीक है हुण जिहड़ी A प्लस B आ गया अपने को आ चीज़ आ गई ਇਹਦਾ ਉਲਟ ਚਾਹੀਦਾ ਆਪਾਂ ਨੂੰ ਆ ਆਊਟਪੁੱਟ ਪਤਾ ਹੋਣੀ ਚਾਹੀਦੀ ਵੀ ਕਿੰਨੀ ਹੈ ਹੁਣ ਦੇਖੋ ਇੱਥੋਂ ਦੇਖਣਾ ਵੀ ਇਹਦੇ ਆਊਟ ਬਣਾਉਣ ਲਈ ਆਪਾਂ ਨੂੰ ਕੀ ਲਾਉਣਾ ਪਊ ਆਪਾਂ ਨੂੰ ਇੱਕ NAND गेट ਹੋਰ ਲਾਉਣਾ ਪਊ ਉਹ NAND गेट ਨੇ ਇਹਨੂੰ ਇਨਵਰਟ ਕਰ ਦੇਣਾ ਚਲੋ ਆਪਣੇ ਕੋਲ ਆ ਚੀਜ਼ ਬਣ ਗਈ ये आउटपुट आ गया अपने को NOR गेट ਹੁਣ ਇਸੇ ਤਰ੍ਹਾਂ ਜਿਹੜੇ ਹੋਰ ਲੌਜਿਕ ਫੰਕਸ਼ਨਸ ਨੇ ਯੂਜ਼ਿੰਗ NOR गेट ਨੂੰ ਆਪਾਂ ਡਰਾਈਵ ਕਰ ਸਕਦੇ ਹਾਂ ਕਿਵੇਂ ਗੱਲ ਤੇ ਲਾਸਟ ਵਿੱਚ ਹੀ ਹੈ ਜਿਵੇਂ NOT गेट है यूजिंग NOR गेट ਇਹ ਤਾਂ ਸਿੰਪਲ ਜੀ ਗੱਲ ਹੈ NOR गेट ਨੂੰ ਆਪਾਂ NOT गेट ਬਣਾਉਣਾ ਤਾਂ ਆਪਾਂ ਸਿੰਪਲ ਉਹਦੀਆਂ ਦੋ ਨੇ ਜਿਹੜੀ ਇਨਪੁਟਾਂ ਜੋੜ ਦੋ ਤਾਂ 1 ਆ ਗਿਆ 1 ਦੀ 0 ਕਰ ਦੋ 0 1 ਕਰ ਦੋ ਸਿੰਪਲ ਜੀ ਗੱਲ ਹੈ ਠੀਕ ਹੈ ਇਹ 'ਚ ਕੋਈ ਖਾਸ ਕੋਈ ਸਮਝਣ ਦੀ ਗੱਲ ਨਹੀਂ ਹੈਗੀ ਦੂਜੇ ਨੰਬਰ ਤੇ ਹੈਗਾ ਵਾ OR गेट यूजिंग NOR गेट OR गेट ਬਣਾਉਣਾ यूजिंग NOR गेट ਆਪਾਂ NOR गेट ਲੈ ਲਿਆ ਜਦੋਂ ਆਪਾਂ ਦੋਨੇ ਇਨਪੁਟ ਦਵਾਂਗੇ A plus B ਦੀ ਬਾਹਰ ਆ ਜਾਊ ਪਰ ਆਪਾਂ ਨੂੰ ਚਾਹੀਦਾ ਕਿ ਇਹ A plus B ਗੱਲ ਆ ਤੇ ਇਹਨੂੰ ਡਬਲ ਬਾਰ ਕਰ ਦਿੰਦੇ ਆਪਾਂ ਇੱਕ NOR गेट ਹੋਰ ਲਾਤਾ ਤਾਂ A plus B ਦੀ ਬਾਹਰ ਆ ਜਾਊਗੀ ਆਹ ਤਾਂ ਟਰੂਥ ਟੇਬਲ ਨਾਲ ਦੀ ਨਾਲ ਬਣਾਈ ਜਾਣਾ ਉਸ ਤੋਂ ਬਾਅਦ ਆਪਣੇ ਕੋਲ AND गेट ਆ ਗਿਆ ਯੂਜ਼ਿੰਗ NOR गेट AND गेट ਬਣਾਉਣ ਲਈ ਆਪਾਂ ਨੂੰ ਪਹਿਲਾਂ ਤਾਂ A plus ਇੱਕ NOR गेट ਲੈ ਲਿਆ ਉਹਦੀ ਇਨਪੁਟ ਦਿੱਤੀ A ਦੀ ਬਾਹਰ ਕੱਢਦਾ ਫਿਰ NOR गेट ਲੈ ਲਿਆ ਉਹਦੀ ਇਨਪੁਟ ਦਿੱਤੀ B ਦੀ ਬਾਹਰ ਕੱਢਦਾ ਹੁਣ ਜਿਹੜੀ ਇਹ ਚੀਜ਼ ਆ ਗਈ ਆਪਣੇ ਕੋਲ ਆਹ ਚੀਜ਼ ਆ ਗਈ ਹੁਣ ਜੇ ਤੇ ਬਾਅਦ ਆਪਾਂ OR गेट ਲਾਉਨੇ ਆ A plus B 1 ਆ ਗਿਆ ठीक है तो अपन चाहिए कि ਇਹਦਾ ਉਲਟ क्योंकि ਜਿਹੜੀ AND गेट ਦੀ ਆਊਟਪੁੱਟ ਹੁੰਦੀ ਆ ठीक है तो आप ਇੱਥੇ ਕੀ ਲਾਵਾਂਗੇ ਇੱਕ NOR गेट ਹੋਰ ਲਾ ਦਾਂਗੇ ਤਾਂ ਉਹਨੇ ਇਹਨੂੰ ਉਲਟ ਵਲਣਾ ਤਾਂ ਆ ਆਪਣੇ ਕੋਲ AND गेट ਬਣ ਗਿਆ ਇਹਦਾ ਮਤਲਬ ਜੀ AND गेट ਯੂਜ਼ਿੰਗ NOR गेट ਬਣਾਤਾ ਪਹਿਲਾਂ ਆਪਾਂ NAND गेट ਬਣਾ ਰਹੇ ਸੀਗੇ NAND गेट ਯੂਜ਼ ਕਰਕੇ ਠੀਕ ਹੈ ਹੁਣ ਆਪਾਂ NOR गेट ਯੂਜ਼ ਕਰਕੇ ਸਾਰੇ गेट ਬਣਾ ਰਹੇ ਹਾਂ ਲਾਸਟ ਦੇ ਵਿੱਚ ਹੈਗਾ ਵਾ NAND गेट ਯੂਜ਼ਿੰਗ NOR गेट NAND गेट बनाना अपने यूजिंग NOR गेट पहला NAND गेट की आउटपुट की होंगी है y इक्वल आ फार्मूला याद होना चाहिए A प्लस देखो AND गेट तो है A डॉट B एक है NAND गेट A डॉट B की बार हूँ पता इतने पता होना चाहिए भी A B की कितनी होंगी है उहदी होंगी है 0 0 0 1 तो बार कितनी आ जाएगी 1 1 0 ये चीज़ बनानी अपने हूँ वो तो लैन ली पहले आप OR गेट लाता A की बार कट लिया दोनों का फिर आप एक OR गेट लाता ठीक है तो अपने A डॉट B आ गया आ देखो जो आप A डॉट B जी आ आउटपुट आई A डॉट B दी आई किया तो आप OR गेट लाया फार्मूला आप OR गेट का ही लाया उपर बार लाया पर जी एक्सप्रैशन बने जी आह रिजल्ट आया ये कि वा AND गेट का पर अपन चाहिए की है NAND गेट यदा मतलब एक होर NOR गेट होर लाना पैना ताकि जी आउटपुट आ वो चेंज हो जाए ठीक है जी
ਇਹ ਸੀਗੇ ਆਪਣੇ ਕੋਲ ਸਾਰੇ ਲੌਜਿਕ ਗੇਟਸ ਜਿੰਨੇ ਵੀ ਹੁਣ ਤੱਕ ਆਪਾਂ ਨੇ ਪੜ੍ਹੇ ਨੇ ਵੀ ਉਹਨਾਂ ਨੂੰ ਇੰਟਰ ਕਨਵਰਸ਼ਨ ਕਿਵੇਂ ਕਰਨਾ ਵਾ, ਲੌਜਿਕ ਗੇਟਸ ਕਿੰਨੇ ਤਰ੍ਹਾਂ ਦੇ, ਉਹਨਾਂ ਦੇ ਫਾਰਮੂਲੇ ਕੀ ਨੇ, ਠੀਕ ਹੈ। ਇਹ ਤੁਹਾਨੂੰ ਆਉਣੇ ਚਾਹੀਦੇ ਨੇ ਕਿਉਂਕਿ ਅੱਗੇ ਜਾ ਕੇ ਸਰਕਟ ਹੋਰ ਵੀ ਕੰਪਲੀਕੇਸ਼ਨ ਹੋਣੇ ਨੇ, ਡਿਜੀਟਲ ਸਰਕਟ ਜਿਹੜੇ ਔਰ ਗੇਟ ਜਾਂ ਬਣਾਉਣੇ ਨੇ ਜਾਂ ਆਪਾਂ ਐਕਸਪੈਂਸ਼ਨ ਬਣਾਉਣੀਆਂ ਨੇ। ਉਸ ਤੋਂ ਪਹਿਲਾਂ ਆਪਾਂ ਹੁਣ ਪੜਾਂਗੇ ਜਿਹੜੀਆਂ ਦੋ ਇੰਪੋਰਟੈਂਟ ਥਿਊਰਮਸ ਨੇ, ਡੀ ਮੋਰਗਨ ਥਿਊਰਮਸ ਜਾਂ ਡੀ ਮੋਰਗਨਸ ਲਾ। ਦੋ ਥਿਊਰਮਾਂ ਨੇ, ਬਹੁਤ ਸੌਖੀਆਂ ਨੇ। ਮੈਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ, ਇਹਨਾਂ ਨੇ ਸਟੇਟਮੈਂਟ ਤਾਂ ਦੱਸ ਹੀ ਦਿੱਤੀ ਹੈ, ਆਪਾਂ ਇਹਨਾਂ ਨੂੰ ਪ੍ਰੂਵ ਕਰਨਾ। ਇੱਕ ਸਿੰਪਲ ਜੀ ਗੱਲ ਹੈ, ਇਹਨੂੰ ਪ੍ਰੂਵ ਕਰਨਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਠੀਕ ਹੈ। ਇਹਨੂੰ ਪ੍ਰੂਵ ਕਰਨਾ ਤੇ ਉਹਦੇ ਲਈ ਸਿਰਫ ਤੁਸੀਂ 2 ਮਿੰਟ ਵੇਟ ਕਰੋਗੇ, ਠੀਕ ਹੈ। ਹਾਂ 2 ਮਿੰਟ ਵੇਟ ਕਰਿਓ। ਹਾਂਜੀ, ਡੀ ਮੋਰਗਨ ਥਿਊਰਮ ਬੜਾ ਪੜ੍ਹਨਾ ਆਪਾਂ ਨੇ। ਇਹਦੇ ਚ ਕੀ ਹੈ, ਇੱਕ ਤਾਂ ਸਟੇਟਮੈਂਟ ਆਪਾਂ ਪਹਿਲਾਂ ਪੜ੍ਹੀ ਸੀ ਡੀ ਮੋਰਗਨ ਫਸਟ ਥਿਊਰਮ ਦੀ, ਜਿਹੜੀ a + b ਦਾ ਜਿਹੜਾ ਬਾਹਰ ਆ, ਜਿਹੜੀ ਉਹਦੀ a + b ਦਾ ਆਪਾਂ ਮਤਲਬ ਇਹ ਕੀ ਹੈ, ਔਰ ਗੇਟ। ਜੇ ਔਰ ਗੇਟ ਦਾ ਆਪਾਂ ਬਾਹਰ ਲੈਣਾ ਜੇ ਰਿਜ਼ਲਟ ਉਹਦਾ, ਤਾਂ ਉਹ ਕਿਹਦੇ ਵਿੱਚ ਕਨਵਰਟ ਹੁੰਦਾ ਵਾ, ਇੰਡੀਵਿਜੂਅਲ ਆਫ ਬਾਰ ਆਫ a ਡਾਟ b ਦਾ। ਮਤਲਬ ਕੀ ਹੈ, ਉਹ ਐਂਡ ਗੇਟ ਦੇ ਵਿੱਚ ਕਨਵਰਟ ਹੋ ਜਾਂਦਾ ਪਰ ਦੋਨਾਂ ਹੀ ਬਾਰ ਦੇ ਵਿੱਚ। ਇਹਨੂੰ ਪ੍ਰੂਵ ਕਰ ਦੋ। ਪ੍ਰੂਵ ਕਰਨ ਲਈ ਆਪਣੇ ਕੋਲ ਪੋਸੀਬਿਲਿਟੀਆਂ ਲੈਣੀਆਂ ਨੇ ਸਾਰੀਆਂ, ਕਿਹੜੀਆਂ ਨੇ, 0 0 1 0 0 1 1 1, ਜਿਵੇਂ ਹੈਡ ਟੇਲ ਟੇਲ ਹੈਡ ਹੈਡ ਹੈਡ, ਠੀਕ ਹੈ। 0 0 ਲੱਤਾਂਗੇ, ਦੇਖੋ 0 + 0 0 ਦੀ ਬਾਰ, 0 ਦੀ ਬਾਰ 1 ਆ ਗਿਆ, a ਦੀ ਬਾਰ b ਦੀ ਬਾਰ, 0 ਦੀ ਬਾਰ 0 ਦੀ ਬਾਰ 1 ਦੀ ਬਾਰ 1 ਦੀ ਬਾਰ 1 × 1 1 ਆ ਗਿਆ, ਤਾਂ ਪ੍ਰੂਫ ਹੋ ਗਿਆ। ਦੂਜਾ ਇਦਾਂ ਲੈ ਕੇ ਦੇਖ ਲਓ, ਇਹ ਵੀ ਪ੍ਰੂਫ ਹੋ ਜਾਊਗਾ। ਤੀਸਰਾ ਇੱਕ ਦੀ ਵੈਲਿਊ 0 ਲੈ ਲਓ ਤਾਂ ਵੀ ਅੱਜ ਦੋਨੇ ਚੀਜ਼ਾਂ ਪ੍ਰੂਫ ਹੋਣਗੀਆਂ, ਦੋਨੇ 1 1 ਲੈ ਲਓ ਤਾਂ ਵੀ ਆਪਣੇ ਕੋਲ ਪ੍ਰੂਫ ਹੋ ਜਾਊਗਾ। ਸਿੰਪਲ ਜੀ ਗੱਲ ਹੈ, ਇਹ 'ਚ ਕੋਈ ਜ਼ਿਆਦਾ ਸਮਝਾਉਣੇ ਵਾਲੀ ਗੱਲ ਨਹੀਂ ਹੈਗੀ। ਉਸ ਤੋਂ ਬਾਅਦ ਡੀ ਮੋਰਗਨ ਸੈਕੰਡ ਥਿਊਰਮ ਹੈ, ਕਿਉਂਕਿ ਆਪਾਂ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ, ਠੀਕ ਹੈ। ਇਹ ਸਟੇਟ ਡੈਟ ਦਾ ਕੰਪਲੀਮੈਂਟਰੀ ਪ੍ਰੋਡਕਟ ਆਫ ਵੇਰੀਏਬਲਸ ਇਕੁਅਲ ਟੂ ਦਾ ਸਮ ਆਫ ਕੰਪੋਨੈਂਟ ਆਫ ਦਾ ਵੇਰੀਏਬਲ, ਵਾਈਸ ਵਰਸਾ। ਮਤਲਬ a ਡਾਟ b ਦਾ ਜਿਹੜਾ ਬਾਹਰ ਹੈ ਉਹ ਕਿਹਦੇ ਬਰਾਬਰ ਆਉਂਦਾ, a ਦੀ ਬਾਰ + b ਦੀ ਬਾਰ। ਹੁਣ ਦੇਖੋ ਐਂਡ ਗੇਟ ਨੂੰ ਔਰ ਗੇਟ 'ਚ ਕਨਵਰਟ ਕਰਤਾ ਇੰਡੀਵਿਜੂਅਲ ਤੋਂ, ਇਹਨੂੰ ਵੀ ਪ੍ਰੂਵ ਕਰ ਦੋ। ਦੇਖੋ ਮੈਂ ਇਹ ਦੋਨਾਂ ਹੀ 0 0 ਲੈ ਲੈਣਾ, ਇਹ ਸੌਖਾ ਹੀ ਹੈ, ਕੋਈ ਵੱਡੀ ਗੱਲ ਨਹੀਂ। a ਡਾਟ b ਦੀ ਬਾਰ ਆ, ਪਹਿਲਾਂ ਆਪਾਂ ਲੈਫਟ ਹੈਂਡ ਸਾਈਡ ਲੈਣੀ, 0 ਡਾਟ 0 ਦੀ ਬਾਰ ਆ ਗਈ ਕਿਉਂਕਿ ਦੋਨੇ ਵੈਲਿਊ 0 ਦਿੱਤੀਆਂ ਨੇ, ਤਾਂ 0 × 0 0 ਦੀ ਬਾਰ ਕਿੰਨਾ ਆ ਗਿਆ, 1। ਹੁਣ a ਦੀ ਬਾਰ + b ਦੀ ਰਾਈਟ ਹੈਂਡ ਸਾਈਡ ਲੈ ਲਓ, 0 ਦੀ ਬਾਰ + 0 ਦੀ ਬਾਰ, ਜਿਹੜੀ 1 + 1 ਦੈਟ ਇਜ਼ 1, ਦੋਨੇ ਬਰਾਬਰ ਹੋ ਗਏ। ਇਦਾਂ ਸਾਰੀਆਂ ਹੀ ਪੋਸੀਬਿਲਿਟੀਆਂ। ਇਹ ਡੀ ਮੋਰਗਨ ਸੈਕੰਡ ਥਿਊਰਮ, ਠੀਕ ਹੈ, ਕੋਈ ਇੰਚ ਜ਼ਿਆਦਾ ਔਖਾ ਨਹੀਂ ਹੈਗਾ। ਹੁਣ ਸਮ ਯੂਜ਼ਫੁਲ ਬੂਲੀਅਨ ਐਲਜਬਰਾ ਹੈਗੇ ਨੇ, ਜਿਵੇਂ ਪਲੱਸ ਸਾਈਨ ਆ, ਨੈਗੇਟਿਵ ਸਾਈਨ ਆ, ਇਹਦੇ 'ਚ ਆਪਰੇਸ਼ਨ ਆ, ਔਡ ਆਪਰੇਸ਼ਨ ਆ, ਸਾਰਾ ਕੁਝ ਮੈਂ ਸਮਝਾ ਚੁੱਕਿਆ। ਇੱਦਾਂ ਹੀ a + 0 ਕਰਾਂਗੇ, ਮਤਲਬ ਕਿਸੇ ਵੀ ਕੋਈ ਚਾਹੇ ਇਹਦੀ ਵੈਲਿਊ ਕੁਛ ਵੀ ਹੈ, a + 0 a ਦੇ ਬਰਾਬਰ ਹੋਊਗਾ। ਕਿਵੇਂ, ਹੁਣ a ਦੀ ਵੈਲਿਊ ਮੈਂ ਪ੍ਰੂਵ ਕਰਕੇ ਦਿਖਾਣਾ। a ਦੀ ਵੈਲਿਊ 0 ਲੈ ਲਓ, 0 + 0 ਕਿੰਨਾ ਆ ਗਿਆ, 0, ਜਿਹੜੀ a ਦੇ ਬਰਾਬਰ ਆ ਗਿਆ, a ਲੱਤਾ 0, ਇੱਥੇ ਮੈਂ 1 ਲੈ ਲੈਣਾ, 1 + 0 ਜਿਹੜੀ 1 1 ਕਿੰਨਾ, a ਦੇ ਬਰਾਬਰ ਸੀ, ਪ੍ਰੂਫ ਹੋ ਗਿਆ। ਦੂਜਾ a + 1 ਦੈਟ ਇਜ਼ ਇਕੁਅਲ ਟੂ 1। ਹੁਣ a ਦੀ ਵੈਲਿਊ 0 ਲੈ ਲਓ, 0 + 1 ਇਜ਼ ਇਕੁਅਲ ਟੂ 1 ਹੀ ਹੁੰਦਾ, a ਦੀ ਵੈਲਿਊ 1 ਲਾ ਲਓ, 1 + 1 ਦੈਟ ਇਜ਼ ਇਕੁਅਲ ਟੂ 1, ਠੀਕ ਹੈ। ਇਹ ਵੀ ਪ੍ਰੂਫ ਹੋ ਗਿਆ। ਐਂਡ ਆਪਰੇਸ਼ਨ ਦੇ a × 0 ਦੈਟ ਇਜ਼ 0 ਹੀ ਹੁੰਦਾ, ਠੀਕ ਹੈ। ਚਾਹੇ a ਦੀ ਵੈਲਿਊ 1 ਹੋਵੇ ਚਾਹੇ 0 ਹੋਵੇ, ਤਾਂ ਆਨਸਰ ਕਿੰਨਾ ਹੋਣਾ, 0। a × 1 ਐਂਡ ਆਪਰੇਸ਼ਨ ਦੇ ਵਿੱਚ a × 1 ਹਮੇਸ਼ਾ a ਹੀ ਹੁੰਦਾ,
चाहे ए की वैल्यू 0 ले लो चाहे 1 ले लो। अगे इंडिपेंडेंट ला ने ए डॉट ए हमेशा ए हुंदा ए प्लस ए, इदां ए डॉट ए भी ए हुंदा। इदां एक होर ने ए प्लस कंप्लीमेंट्री ला ए प्लस ए दी बार आल्सो इक्वल टू 1 हुंदा। किवें हुण मान लो ए दी वैल्यू 1 ले लो तो 1 दी बार कितना हो गया 0, दैट इज 1 आ गया। हुण ए दी वैल्यू 0 ले लो, इत्थे ए दी वैल्यू 0 ले लो तो 0 प्लस 0 दी बार कितना हो गया 1, तो आंसर कितना आ गया 1। ए डॉट ए दी बार हमेशा 0 हुंदा, ये भी तुहानूं प्रूफ हो गया होना तुहाडे सामने, ठीक है। किवें क्योंकि जे ए लवांगे 1 तो वह बार कितना होगा 0, तो आंसर 0। जे दी वैल्यू 0 लैने तो 0 वह बार हो गया 1, तो 1 इंटू 0 0, ठीक है। ये चीज़ां सी छोटी छोटी गल्लां ने जिहड़ियां थोड़ियां अपने दिमाग 'च रखनियां ने आपां न्यूमेरिकल करन लगे। ए दी डबल बार हमेशा ए दे बराबर हुंदा, ए प्लस बी जिहड़े कम्यूटेटिव ला ने जिहड़ी बी प्लस ए दे बराबर, ए डॉट बी डॉट ए दे बराबर हुंदा। एसोसीएटिव ला ने ए प्लस बी प्लस सी दिस वन ए दे बराबर हुंदा। इदां ही एंड ऑपरेशन दे विच ने इदां ही डिस्ट्रीब्यूशन ला ने ए डॉट बी डॉट सी बराबर ए डॉट बी ए डॉट सी हो सकदा। इदां ही ਇਹਦੇ ਵਿੱਚ ਹੁੰਦਾ ਐਡ ਆਪਰੇਸ਼ਨ ਤੇ ਅਬਜ਼ੌਰਪਸ਼ਨ ਲਾ ਨੇ a ਇੰਟੂ a ਪਲੱਸ a ਡਾਟ a ਇਜ਼ ਇਕੁਅਲ a ਦੇ ਬਰਾਬਰ ਹੁੰਦਾ। ਕਿਵੇਂ ਇਹ ਅਬਜ਼ੌਰਪਸ਼ਨ ਨਾਲ ਮਤਲਬ ਅਬਜ਼ੌਰਬ ਕਰ ਲੈਣਾ ਕਿਸੇ ਚੀਜ਼ ਨੂੰ। a ਡਾਟ ਪਲੱਸ a ਡਾਟ b ਹੈ, ਇਹ a ਦੇ ਬਰਾਬਰ ਹੈ। ਕਿਵੇਂ ਹੁਣ a ਡਾਟ ਆ ਤਾਂ ਮੈਂ a ਚੋਂ ਕਾਮਨ ਕੱਢ ਲਿਆ, ਵਿੱਚ ਕੀ ਰਹਿ ਗਿਆ 1 ਪਲੱਸ b, ਠੀਕ ਹੈ। 1 ਪਲੱਸ b ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹੁਣੀ, ਆਪਾਂ ਕਹਿੰਦਾ ਵੀ 1 ਦੇ ਬਰਾਬਰ ਹੀ ਹੁੰਦਾ, ਤਾਂ a ਇੰਟੂ 1 ਆ ਗਿਆ, ਜਿਹੜੀ 1 ਆ ਗਿਆ a ਆ ਗਿਆ ਨਾ। ਇੱਦਾਂ ਹੀ ए डॉट ए प्लस बी इज इक्वल टू ए के बराबर। नहीं किवें बराबर आ, मैं इहनूं अंदर मल्टीप्लाई कर लेना, आ बन गया। इत्थों मैं की कीता ए कॉमन कढ के जिहड़ी 1 प्लस बी रख गया, जिहड़ी ए इंटू 1 इक्वल टू। हुण सिंपलीफिकेशन करनी ने आपां लॉजिक सर्किट यूजिंग बूलियन अलजेब्रा। जिहड़े लॉजिक सर्किट्स होणगे वो बूलियन अलजेब्रा आपां यूज करके आपां उहनूं सिंपलीफाई करना। ਹੁਣ ਸਿੰਪਲੀਫਾਈ ਦੇਖੋ ਕਿਵੇਂ ਕਰਨਾ। ਤਾਂ ਅੱਗੇ ਲੰਘੇ ਸੋਰੀ ਆ ਦੇਖੋ ਪ੍ਰੂਵਡ ਐਟ ਦਿਸ, ਇਹਨੂੰ ਸਿੰਪਲੀਫਾਈ ਕਰਨਾ। ਇੱਕ ਮਿੰਟ ਮੈਂ ਚੈੱਕ ਕਰ ਲਾਂ ਪੇਜ ਤਾਂ ਨਹੀਂ ਕਿਤੇ ਅੱਗੇ ਲੰਘ ਗਿਆ। ਹਾਂ ਇਹ ਹੈਗਾ 143 ठीक है। आप सिर्फ न्यूमेरिकल तो शुरू करांगे। ए इंटू ए की बार प्लस बी ए बराबर प्रूव करना, तो आप उदा ही ये चों की करांगे आप ए ये है नहीं अपने को 1 प्लस बी लिखते हैं क्योंकि 1 होंगे, बी प्लस 1 1 नहीं होंगे, आप 1 नाल मल्टीप्लाई करता दिस आ गया क्योंकि ये बी है नहीं सीगा, तो आप इनू अंदर मल्टीप्लाई करता आ चीज़ आ गई। हुण चो मैं बी कॉमन कढ़ लिया, विच रह गया ए प्लस ए की बार, ए प्लस ए की बार हमेशा 1 ही होंगे, तो 1 आ गया, ठीक है। तो इज इक्वल टू ए प्लस बी है, इदां इनू सिंपलीफाई करना, ठीक है। ये कुछ नहीं ला है जो मैं थोड़ा समझाए ने सारे वही ला ने, यही सारा कुछ लिखना है। ये पहला की होंगे वा पहला एक्सप्रैशन चैक का एक्सप्रैशन करना लैफ्ट टू राइट, इवैल्यूएट द इनक्लोज पैरेंथेसिस जिहड़े ब्रैकेटां ने वो पहला सॉल्व करनी है, फिर नॉट कंप्लीमेंट फंक्शन सॉल्व करने, फिर एंड ऑपरेशन सॉल्व करने, फिर आप ऑन ऑपरेशन दो मार्क्स वारम वाला जिवें मैथ दे विच आपां करदे उदां ही है। जिहड़ा और ऑपरेशन है सानूं एंड च सॉल्व करना, ठीक है। ये न्यूमेरिकल सीगे। हुण इह जिहड़ा पेपर दे विच आ जांदे ने कई बार इस तरह आउंदा, यूज द बूलियन अलजेब्रा लाज डी मॉर्गन थ्योरम टू सिंपलीफाई द फॉलोइंग डिजिटल सर्किट। सर्किट बनिया होगा उन्होंने बस सिंपलीफाई करना। हुण पहले दे सर्किट जिहड़ी बनिया होगा तुहानूं उहदी पहला आउटपुट पता होनी चाहिए भी कितनी आऊगी। हुण जिहड़ी आउटपुट आ y इज इक्वल टू आ वाई जी आती है पहले तो इतों बनानी पैनी थोड़ा आउटपुट भी इतने सी प्लस डी है, कई बार दिता होंगे कई बार नहीं दिता होंगे। सी प्लस डी की बार आ गया क्योंकि आ इनपुट दी होंगी। इतने एक ध्यान रखो इतने ए बी सी डी है, सॉरी मैं लिख दी ना, इतने सी है इतने डी है, ठीक है जी। देखो इतों आ गया, इतों आ चीज़ आ गई, इतों आ चीज़, ठीक है। हुण आपां वाई आउटपुट कड्ढनी है, वाई आउटपुट दे इत्थे एंड ऑपरेशन लग्या है, इहदा मतलब ए प्लस बी डॉट ये सारे का अगे नॉट कट लगे बार आ देखो ए डॉट बी सी प्लस डी, ये मैं सारा लिख लिया बार आ चीज़, ये प्लस एंड करता अपने आ वाला डॉट पा के ए बी, ਇਹਦਾ ਅੱਗੇ ਨੋਟ ਲੱਗਿਆ ਹੈ
ਨੋਟ ਲੱਗੇ ਰਿਹਾ ਮਤਲਬ ਸਾਰਾ ਬਾਹਰ। ਹੁਣ ਡੀ ਮੋਰਗਨ ਸੈਕੰਡ ਥਿਊਰਮ ਆਪਾਂ ਕਰਨੀ ਹੈ। ਡੀ ਮੋਰਗਨ ਸੈਕੰਡ ਥਿਊਰਮ ਵੀ ਕੀ ਕਹਿੰਦੀ ਹੈ ਵੀ ਆਪਾਂ ਜਿਹੜਾ ਬਾਹਰ ਆ ਉਹਨੂੰ ਆਪਾਂ ਇੰਡੀਵਿਜੂਅਲ ਕੰਪੋਨੈਂਟ ਦਾ ਬਾਹਰ ਤੇ ਪਲੱਸ ਦੇ ਨਿਸ਼ਾਨ ਚੇਂਜ ਕਰ ਸਕਦੇ ਹਾਂ। ਇਹਨੂੰ ਤੇ ਇਹਨੂੰ ਪਲੱਸ ਦੇ ਨਿਸ਼ਾਨ ਵਿੱਚ ਚੇਂਜ ਕਰਤਾ, a ਪਲੱਸ b ਇਹਦਾ ਬਾਹਰ ਪਾਤਾ ਪਲੱਸ ab ਦਾ ਬਾਹਰ ਪਾਤਾ। ਫਿਰ ਡੀ ਮੋਰਗਨ ਸੈਕੰਡ ਥਿਊਰਮ ਲਾਤੀ, ਇਹਨਾਂ ਦੋਨਾਂ ਨੂੰ ਆਪਾਂ ਪਲੱਸ ਦਾ ਨਿਸ਼ਾਨ ਪਾਤਾ, ਇਹਨੂੰ ab ਦਾ ਬਾਹਰ ਪਾਤਾ, ਇਹਨੂੰ c ਪਲੱਸ d ਦਾ ਬਾਹਰ ਦੀ ਬਾਹਰ ਪਾਤਾ ਪਲੱਸ ab ਦਾ ਬਾਹਰ ਪਾਤਾ। ਹੁਣ ਡੀ ਮੋਰਗਨ ਫਸਟ ਥਿਊਰਮ ਤੋਂ ਪ੍ਰੂਵ ਕਰ ਲਈ ਵੀ ਇਹਨੂੰ ਕੋਈ ab ਦਾ ਜਿਹੜਾ ਬਾਹਰ ਆ ਉਹਨੂੰ ਆਪਾਂ a ਪਲੱਸ b ਦਾ ਬਾਹਰ ਲਿਖ ਸਕਦੇ ਹਾਂ, a ਦੀ ਬਾਹਰ ਪਲੱਸ b ਦੀ ਬਾਹਰ, ਇਹਨੂੰ ਆਪਾਂ ਲਿਖਦੇ ਹਾਂ c ਦੀ ਬਾਹਰ ਪਲੱਸ d ਦੀ ਬਾਹਰ, ਬਾਰ ਬਾਰ ਕੈਂਸਲ ਹੋ ਗਿਆ, a ਦੀ ਬਾਹਰ ਪਲੱਸ b ਦੀ ਬਾਹਰ, ਠੀਕ ਹੈ ਇਹ ਚੀਜ਼ ਆ ਗਈ। ਹੁਣ ਇਹਦੇ ਵਿੱਚ a b b, ਠੀਕ ਹੈ c ਪਲੱਸ d, a ਦੀ ਬਾਹਰ ਪਲੱਸ a ਦੀ ਬਾਹਰ ਨੂੰ ਆਪਾਂ a ਲਿਖ ਸਕਦੇ ਹਾਂ, b ਦੀ ਬਾਹਰ ਪਲੱਸ b ਦੀ ਬਾਹਰ ਆਪਾਂ ਤੁਹਾਨੂੰ ਦੱਸੇ ਪਹਿਲੇ ਜਿਹੜੇ ਲਾਲ ਲੱਤੇ ਨੇ ਤਾਂ b ਲਿਖ ਸਕਦੇ ਤਾਂ ਆਪਣੇ ਕੋਲ ਆਹ ਸਿੰਪਲੀਫਾਈ ਕਰ ਕੁਐਸਚਨ ਆ ਗਈ। ਹੁਣ ਜਿਹੜਾ ਆਹ ਸਰਕਟ ਸੀਗਾ ਕੰਪਲੀਕੇਟਰ ਨੂੰ ਆਪਾਂ ਸਿੰਪਲੀਫਾਈ ਸਰਕਟ ਬਣਾ ਸਕਦੇ ਹਾਂ। ਇਹਦੇ ਵਿੱਚ 4 ਇਨਪੁਟ ਨੇ 1 2 3 4, ਚਾਰੇ ਇਨਪੁਟ ਲਾਤੀਆਂ। ਇਹ ਤੋਂ a ਦੀ ਮੈਨੂੰ a ਦੀ ਬਾਹਰ ਚਾਹੀਦਾ, ਮੈਂ ਨੋਟ ਗੇਟ ਲਾਤੇ a ਦੀ ਬਾਹਰ ਲਾਤਾ ਤੇ b ਦੀ ਆ c d ਉਦੋਂ ਲੈਣੀ। ਉਸ ਤੋਂ ਬਾਅਦ ਇੱਕ ਆਪਾਂ ਨੂੰ ਗੇਟ ਲਾਉਣਾ ਪੈਣਾ ਔਰ ਗੇਟ, ਕਿਉਂਕਿ ਪਲੱਸ ਦਾ ਨਿਸ਼ਾਨ। ਔਰ ਗੇਟ ਇਸ ਤਰ੍ਹਾਂ ਦਾ ਲਾਉਣਾ ਵਾ ਜਿਹਦੀਆਂ 4 ਇਨਪੁਟ ਹੋਣ। ਮੈਂ ਇੱਕ ਔਰ ਗੇਟ ਲਾਤਾ, ਔਰ ਗੇਟ ਨਾਲ 4 ਇਨਪੁਟ ਲਾਤੀਆਂ ਤਾਂ ਆਪਣੇ ਕੋਲ ਆ ਆਨਸਰ ਬਣਾ। ਇਹ ਸੀਗਾ ਇਸ ਤਰ੍ਹਾਂ ਦੇ ਜਿਹੜੇ ਨਿਊਮੈਰੀਕਲ ਨੇ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਸਮਝਣਾ ਕਿਉਂਕਿ ਅੱਗੇ ਵੀ ਤੁਹਾਡੀ ਜਿਹੜੀ ਡਿਜੀਟਲ ਇਲੈਕਟ੍ਰੋਨਿਕਸ ਆ ਥੋੜੀ ਅੱਗੇ ਵੀ MSc ਜਾਂ ਕਿਸੇ ਵੀ ਲੈਵਲ ਤੇ ਤੁਸੀਂ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਕੰਮ ਆਉਣੀ ਹੈ, ਇਸ ਕਰਕੇ ਇਹਨੂੰ ਧਿਆਨ ਨਾਲ ਕਰਿਓ। ਇਹ ਸੀਗਾ ਸਿੰਪਲੀਫਿਕੇਸ਼ਨ। ਇਸੇ ਤਰ੍ਹਾਂ ਨਿਊਮੈਰੀਕਲਸ ਨੇ ਇਹ ਤੁਸੀਂ ਕਰਨੇ ਨੇ। ਜਿਹੜੀ ਕੋਈ ਨਿਊਮੈਰੀਕਲ ਦੀ ਪ੍ਰੋਬਲਮ ਹੋਊਗੀ ਤੁਸੀਂ ਜਦ ਮਰਜੀ ਆਪਾਂ ਗਰੁੱਪ ਦੇ ਵਿੱਚ ਮੈਸੇਜ ਕਰੋ ਵੀ ਅਸੀਂ ਆ ਨਿਊਮੈਰੀਕਲ ਸਮਝਣਾ, ਆਪਾਂ ਇੱਕ ਦਿਨ ਮੀਟਿੰਗ ਕਰਾਂਗੇ, ਠੀਕ ਹੈ। ਤੁਹਾਨੂੰ ਮੈਂ ਨਿਊਮੈਰੀਕਲ ਸਮਝਾ ਦੂੰਗਾ ਜਿਹਨੇ ਵੀ ਸਮਝਣਾ ਹੋਊਗਾ, ਠੀਕ ਹੈ। ਨਿਊਮੈਰੀਕਲ ਨੇ ਸਾਰੇ ਸਿੰਪਲੀਫਾਈ ਕਰਨੇ ਨੇ ਦਾ ਲਾਗੇ, ਕਿਉਂਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮਤਲਬ ਆਨਲਾਈਨ ਦੇ ਵਿੱਚ ਡਾਟਾ ਕਾਫੀ ਯੂਜ਼ ਹੁੰਦਾ ਤੇ ਅਪਲੋਡਿੰਗ ਨੂੰ ਟਾਈਮ ਲੱਗਦਾ ਵਾ ਲਾਈਵ ਤੇ, ਇਸ ਕਰਕੇ ਆਪਾਂ ਇਹ ਨਿਊਮੈਰੀਕਲ ਬਲੈਕ ਬੋਰਡ ਤੇ ਹੀ ਕਰਵਾਏ ਜਾ ਸਕਦੇ ਨੇ, ਠੀਕ ਹੈ। ਇਹ ਜ਼ਰੂਰ ਕਰਨਾ ਹੈ। ਕੋਲ ਸਾਰੇ ਉਹੀ ਨੇ ਐਕਸਪ੍ਰੈਸ਼ਨ ਯੂਜ਼ਿੰਗ ਨੈਂਡ ਗੇਟ। ਅੱਛਾ ਕਈ ਵਾਰ ਇਸ ਤਰ੍ਹਾਂ ਦੇ ਵੀ ਆਉਂਦਾ ਡਰਾ ਦਾ ਫੋਲੋਇੰਗ ਐਕਸਪ੍ਰੈਸ਼ਨ ਯੂਜ਼ਿੰਗ ਨੈਂਡ ਗੇਟ। ਨੈਂਡ ਗੇਟ ਯੂਜ਼ ਕਰਕੇ ਆਪਾਂ ਐਕਸਪ੍ਰੈਸ਼ਨ ਆ ਡਰਾਈਵ ਕਰਨਾ। ਤਾਂ ਦੇਖੋ ਇਹਦੇ ਵਿੱਚ ਆਪਣੇ ਕੋਲ ਆਹ ਵੈਲਿਊਜ਼ ਨੇ। ਹੁਣ ਪਹਿਲਾਂ C B D A ਤੇ ਜਿਹੜੀਆਂ ਇਨਪੁਟ ਨੇ ਉਹ ਲੈ ਲੈਣੀਆਂ। ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਉਹ ਦੇਖੋ, C ਤਾਂ ਆਪਾਂ ਨੂੰ ਸਿੱਧੀ ਚਾਹੀਦੀ ਹੈ, ਇੱਥੋਂ ਬਾਹਰ ਪੈ ਜਾਣਾ ਆਪਣੇ ਕੋਲ। B ਨੂੰ B ਦੀ ਬਾਹਰ ਕੱਢਣਾ, D ਦੀ ਬਾਹਰ ਕੱਢ ਕੇ ਉਹਦੇ ਕੱਢ ਦੇਣਾ ਕਿਉਂਕਿ D ਆਪਾਂ ਚੱਕਣਾ। ਉਸ ਤੋਂ ਬਾਅਦ D ਹੈ D ਦੀ ਬਾਹਰ ਕੱਢ ਲਿਆ, A ਦੀ ਬਾਹਰ ਕੱਢ ਲਿਆ, ਇਹਨਾਂ ਦੋਨੋਂ ਨੂੰ ਆਪਾਂ ਐਡ ਕਰਤਾ ਤਾਂ ਆਪਣੇ ਕੋਲ ਐਕਸਪ੍ਰੈਸ਼ਨ ਬਣ ਜਾਊਗਾ। ਇਹਨੂੰ ਡਰਾਈਵ ਕਰਕੇ ਦੇਖੋ, ਜਿੱਥੇ ਕੋਈ ਪ੍ਰੋਬਲਮ ਆਊਗੀ ਤਾਂ ਮੈਨੂੰ ਦੱਸਿਓ, ਠੀਕ ਹੈ। ਕਿਉਂਕਿ ਜਿਹੜਾ ਸਾਰਿਆਂ ਨੂੰ ਔਖਾ ਸੀਗਾ ਮੈਂ ਤੁਹਾਨੂੰ ਕਰਵਾਤਾ ਸੀਗਾ ਸਿੰਪਲੀਫਾਈ ਕਰਨਾ। ਉਸ ਤੋਂ ਬਾਅਦ ਆਪਣੇ ਕੋਲ ਰਹਿਣ ਦਾ ਵਾ ਇੱਕ ਛੋਟੇ ਜਿਹੇ ਫਾਰਮੂਲੇ ਨੇ, ਸਮ ਆਫ ਪ੍ਰੋਡਕਟ ਐਂਡ ਪ੍ਰੋਡਕਟ ਆਫ ਸਮ। ਕੋਨਿਕਲ ਫਾਰਮੂਲਸ ਨੇ ਬੁਲੀਅਨ ਐਕਸਪ੍ਰੈਸ਼ਨ ਦੇ ਵਿੱਚ, ਸਮ ਆਫ ਪ੍ਰੋਡਕਟ ਐਂਡ ਪ੍ਰੋਡਕਟ ਆਫ ਸਮ। ਇਹਦਾ ਵੀ ਨਿਊਮੈਰੀਕਲ ਹੀ ਹੋਣਾ, ਬਾਕੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਨਿਊਮੈਰੀਕਲ ਕਰਨ ਲਈ ਹੁਣ ਦੇਖੋ ਮੈਂ ਤੁਹਾਨੂੰ ਮਤਲਬ ਜੋ ਥਿਊਰੀ 'ਚ ਲਿਖਿਆ ਹੈ ਮੈਂ ਉਹੀ ਚੀਜ਼ ਸਮਝਾਣੀ ਹੈ। ਜਿਹੜਾ ਸਮ ਆਫ ਪ੍ਰੋਡਕਟ ਆ ਉਹਦੇ ਵਿੱਚ ਜਿਹੜਾ 0 ਆ ਉਹਨੂੰ ਆਪਾਂ ਬਾਹਰ ਲਿਖਣਾ, ਠੀਕ ਹੈ। ਜਿਹੜਾ 1 ਆ ਉਹਨੂੰ ਆਪਾਂ ਉਦਾਂ ਹੀ ਲਿਖਣਾ। ਜਿਹੜਾ 0 ਆ ਉਹਨੂੰ ਬਾਹਰ ਦੇ ਲਿਖ ਦੇ ਵਿੱਚ ਲਿਖਣਾ। ਜੇ ਕਿਤੇ 0 ਆ ਗਿਆ ਆਨਸਰ ਉਹਨੂੰ ਆਪਾਂ C ਦੀ ਬਾਹਰ ਲਿਖ ਦੇਣਾ। ਜਿੱਥੇ 1 ਆ ਗਿਆ ਉੱਥੇ ਆਪਾਂ ਸਿੰਪਲ C ਲਿਖ ਦੇਣਾ। ਦੇਖੋ ਆ ਦੇਖੋ A ਦੀ B ਸੀਗੀਆਂ ਪੋਸੀਬਲ ਇਨਪੁਟ, 0 0 ਲੈ ਲਈ, 0 0 ਦੇਖੋ ਇਹਦੀ ਪੋਸੀਬਿਲਿਟੀ 0 0 ਲੈ ਲਈ, 0 0 ਲੈ ਲਈ, ਇੱਕ ਵਾਰ 0 ਲੈ ਲਓ, ਇੱਕ ਵਾਰ C ਦੀ ਵੈਲਿਊ 1 ਲੈ ਲਓ। ਇਹ 'ਚ ਕੀ ਲਿਖਾਂਗੇ A ਦੀ ਬਾਰ B ਦੀ ਬਾਰ A ਦੀ ਬਾਰ B ਦੀ ਬਾਰ, ਠੀਕ ਹੈ। 0 0 ਇੱਥੇ ਲਿਖਾਂਗੇ 0 ਨੂੰ C ਦੀ ਬਾਰ ਤੇ 1 ਨੂੰ C। ਇੱਦਾਂ ਇਹਦੇ ਲੈ ਲਓ 0 1 0 1, ਇੱਕ ਵਾਰ 0 ਲੈ ਲਓ, ਇੱਕ ਵਾਰ ਇਹਦਾ ਆਨਸਰ 1 ਲੈ ਲਓ। ਤਾਂ ਇਹਨੂੰ ਲਿਖਾਂਗੇ A ਦੀ ਬਾਰ B ਦੀ ਬਾਰ B B C ਦੀ ਬਾਰ, ਜਿੱਥੇ 0 ਆ C ਦੀ ਬਾਰ ਬਾਕੀ ਨੂੰ C। ਇੱਦਾਂ ਹੀ ਐਕਸਪ੍ਰੈਸ਼ਨ ਲਿਖ ਲੈਣਾ। ਹੁਣ ਜੇ ਨਿਊਮੈਰੀਕਲ ਆਪਾਂ ਕਰਦੇ ਹਾਂ ਫਿਰ ਤੁਹਾਨੂੰ ਆਪੇ ਪਤਾ ਲੱਗ ਜੂਗਾ। ਦੇਖੋ ਟੂ ਕਨਵਰਟ ਦਾ ਸਿੰਪਲ ਸਮ ਆਫ ਪ੍ਰੋਡਕਟ ਦੇ ਵਿੱਚ
ਇਹਨੂੰ ਫਾਰਮੂਲਾ ਆਪਾਂ ਕਨਵਰਟ ਕਰਨਾ। ਹੁਣ ਇੱਕ ਤਾਂ ਪਹਿਲਾਂ ਚੀਜ਼ ਇਹ ਦੇਖਣੀ ਹੈ, ਜਦੋਂ ਕੋਈ ਐਕਸਪ੍ਰੈਸ਼ਨ ਦੇਤਾ ਕਨਵਰਟ a ਦੀ ਬਾਰ ਪਲੱਸ b ਦੀ ਬਾਰ ਇਨਟੂ c ਸਟੈਂਡਰਡ ਸਮ ਆਫ ਪ੍ਰੋਡਕਟ ਦੇ ਵਿੱਚ ਆਪਾਂ ਫਾਰਮ ਦੇ ਵਿੱਚ ਲਿਖਣਾ। ਪਹਿਲਾਂ ਤਾਂ ਐਕਸਪ੍ਰੈਸ਼ਨ ਇਹ ਦੇਖਣੀ ਹੈ ਵੀ ਉਹ 'ਚ ਕਿੰਨੀਆਂ ਇਨਪੁਟ ਨੇ। ਹੁਣ ਦੇਖੋ ਇਹ 'ਚ a ਵੀ ਹੈ, b ਵੀ ਹੈ, c ਵੀ ਹੈ, 3 ਇਨਪੁਟ ਨੇ। ਤਾਂ ਜਦੋਂ ਆਪਾਂ ਨੂੰ ਲਿਖਣਾ ਜਿਹੜੀ ਇਨਪੁਟ ਉਹ 'ਚ ਨਹੀਂ ਹੋਊਗੀ ਉਹਦੀ ਜਗ੍ਹਾ ਤੇ 1 ਲਿਖ ਲੈਣਾ, ਕਿਉਂਕਿ ਆਪਾਂ ਕਿਸੇ ਮੈਥ ਦੇ ਵਿੱਚ ਕਿਸੇ ਵੀ ਚੀਜ਼ ਨੂੰ 1 ਨਾਲ ਮਲਟੀਪਲਾਈ ਕਰ ਸਕਦੇ ਹਾਂ ਤੇ 1 ਨਾਲ ਹੀ ਡਿਵਾਈਡ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਹੁਣ ਦੇਖੋ a ਦੀ ਬਾਰ ਪਲੱਸ b ਦੀ ਬਾਰ c, ਮੈਂ ਦੇਖ ਰਿਹਾ ਸੀ ਲਾਈਵ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਇਹਦੇ ਵਿੱਚ ਦੇਖੋ 3 ਇਨਪੁਟ ਨੇ। ਇਹਦੇ ਵਿੱਚ ਦੇਖੋ ਜਿਹੜੀ ਪਹਿਲੀ ਆ ਇਹਦੇ ਵਿੱਚ 2 ਨਹੀਂ ਹੈਗੀਆਂ, ਇਹਦੇ ਵਿੱਚ 1 ਨਹੀਂ ਹੈਗੀ, ਤਾਂ ਇਹਨੂੰ ਲਿਖਤਾ a ਦੀ ਬਾਰ 1 ਇੰਟੂ 1, 2 ਚੀਜ਼ਾਂ ਹੈ ਨਹੀਂ, ਇਹਦੇ ਵਿੱਚ 1 ਨਹੀਂ ਹੈਗੀ, 1 ਇੰਟੂ b ਡੋਟ c। ਹੁਣ ਜਿਹੜੀ ਚੀਜ਼ਾਂ ਨਹੀਂ ਹੈਗੀਆਂ ਉਹ ਲਿਖ ਲੈਣੀਆਂ, ਕਿਉਂਕਿ 1 ਕਿਹਦੇ ਬਰਾਬਰ ਆ, ਜਿਵੇਂ ਤੁਹਾਨੂੰ ਦੱਸਿਆ ਜੀ b ਆ ਦੇਖੋ ਆਹ ਫਾਰ ਲਿਖਿਆ ਹੈ b ਪਲੱਸ b ਦੀ ਬਾਰ ਕਿਹੜੀ 1 ਦੇ ਬਰਾਬਰ। ਇਹ ਆਪਾਂ ਪਹਿਲਾਂ ਕੀਤਾ ਹੈ ਫਾਰਮੂਲੇ, ਹੁਣ ਜਿਹੜੇ ਆਪਾਂ ਕੀਤੇ ਸੀਗੇ ਪ੍ਰੋਪਰਟੀਆਂ, b ਪਲੱਸ b ਦੀ ਬਾਰ c ਨੂੰ ਆਪਾਂ c ਪਲੱਸ c ਦੀ ਬਾਰ ਲਿਖ ਸਕਦੇ ਹਾਂ, ਇੱਦਾਂ ਹੀ a ਨੂੰ a ਪਲੱਸ। ਹੁਣ ਇਹਨੂੰ ਸਾਰਿਆਂ ਨੂੰ ਅੰਦਰ ਮਲਟੀਪਲਾਈ ਕਰ ਲਓ, ਸਾਰੀ ਮਲਟੀਪਲਾਈ ਕਰ ਲਈ। ਹੁਣ ਜਿਹੜੀ ਚੀਜ਼ ਰਿਪੀਟ ਹੁੰਦੀ ਹੈ ਦੁਬਾਰਾ ਨਹੀਂ ਲਿਖਣੀ। ਆ ਆਪਾਂ ਲਿਖਤਾ ਇੱਕ, ਇਹਦਾ ਵੀ ਲਿਖਤਾ, ਆ ਵੀ ਲਿਖਤਾ, ਆ ਵੀ ਲਿਖਤਾ, a ਦੀ ਬਾਰ b ਦੀ ਬਾਰ c ਆ ਪਹਿਲਾਂ ਲਿਖ ਚੁੱਕੇ ਹਾਂ, ਇਸ ਕਰਕੇ ਦੁਬਾਰਾ ਨਹੀਂ ਲਿਖਣਾ ਆਪਾਂ ਨੇ। ਠੀਕ ਹੈ, ਇਹਨੂੰ ਲਿਖਣਾ, ਆ ਲਿਖਣਾ। ਤਾਂ ਆ ਜਿਹੜੀ ਆਪਣੀ ਐਕਸਪ੍ਰੈਸ਼ਨ ਆ ਗਿਆ, ਇਹਨੂੰ ਆਪਾਂ ਕਹਿੰਦੇ ਆ ਸਮ ਆਫ ਪ੍ਰੋਡਕਟ ਫਾਰਮ। ਸਮ ਆਫ ਪ੍ਰੋਡਕਟ ਫਾਰਮ, ਦੇਖੋ ਸਮ ਆਫ ਪ੍ਰੋਡਕਟ ਫਾਰਮ। ਠੀਕ ਹੈ ਜੀ। ਇੱਦਾਂ ਹੀ ਦੂਸਰੇ ਵਿੱਚ ਆ, ਨੀਚੇ ਮੈਂ ਇੱਕ ਹੋਰ ਕਰਾ ਲੈਣਾ। ਇਹਦੇ ਵਿੱਚ ਦੇਖੋ a b c d, a b c ਇਹਦੇ ਵਿੱਚ 3 ਨੇ। ਹੁਣ ਦੇਖੋ ਇਹਦੇ ਵਿੱਚ 1 ਨਹੀਂ ਹੈਗੀ, 1 ਲਿਖੋ 1, ਇਹ 'ਚ ਵੀ 1 ਲਿਖ ਲਓ, ਇਹ 'ਚ ਵੀ 1 ਨਹੀਂ ਹੈਗੀ। ਜਿਹੜੀ ਨਹੀਂ ਹੈਗੀ ਉਹਨੂੰ ਆਪਾਂ c ਪਲੱਸ c ਲਿਖਤਾ, ਇਹਦੇ ਵਿੱਚ a ਨਹੀਂ ਹੈਗਾ, ਇਹਦੇ 'ਚ b ਨਹੀਂ ਹੈਗਾ, ਇਹਨਾਂ ਨੂੰ ਅੰਦਰ ਮਲਟੀਪਲਾਈ ਕਰਤਾ, ਦੁਬਾਰਾ ਲਿਖਤਾ। ਬਸ ਔਖਾ ਜਿਹਾ ਕੰਮ ਆ, ਕੋਈ ਖਾਸ ਨਹੀਂ ਹੈਗਾ। ਅੱਗੇ ਕਹਿੰਦਾ ਜਿਹੜੇ ਸਮ ਆਫ ਪ੍ਰੋਡਕਟ ਨੇ ਐਕਸਪ੍ਰੈਸ਼ਨ ਆਪਾਂ ਲਿਖਣੀਆਂ ਨੇ ਟਰੁਥ ਟੇਬਲ ਤੋਂ। ਹੁਣ ਟਰੁਥ ਟੇਬਲ ਤੋਂ ਕਿਵੇਂ ਲਿਖਣੀਆਂ ਨੇ, ਇਹ ਆਪਾਂ ਸਿੰਪਲ ਆਪਾਂ ਸੋਲਵ ਕੀਤੀਆਂ ਸੀ। ਹੁਣ ਟਰੁਥ ਟੇਬਲ ਤੋਂ ਦੇਖੋ, ਕਨਵਰਟ ਦਾ ਗਿਵਨ ਫੰਕਸ਼ਨ ਆ, ਆਹ ਫੰਕਸ਼ਨ ਹੈ, ਇਹਨੂੰ ਕਹਿੰਦਾ ਕਾਮਨ ਸਮ ਆਫ ਪ੍ਰੋਡਕਟ ਲਿਖੋ ਯੂਜ਼ਿੰਗ ਟਰੁਥ ਟੇਬਲ। ਹੁਣ ਇਹ 'ਚ ਲਿਖਿਆ ਹੈ ਸਪੈਸ਼ਲ ਵੀ ਟਰੁਥ ਟੇਬਲ ਯੂਜ਼ ਕਰਕੇ ਹੀ ਇਹਨੂੰ ਕਾਮਨ ਸਮ ਆਫ ਪ੍ਰੋਡਕਟ ਦੇ ਵਿੱਚ ਲਿਖਣਾ। ਹੁਣ ਪਹਿਲਾਂ ਦੇਖੋ ਇਹ 'ਚ ਇਨਪੁਟ ਕਿੰਨੀਆਂ ਨੇ, 3 ਲੈ ਲਈਆਂ, 0 0 0 0 0 1 1 0 1। ਇੱਕ ਵਾਰ ਸਾਰੀਆਂ ਪੋਸੀਬਿਲਿਟੀ ਲਿਖਣੀਆਂ 3 ਇਨਪੁਟ ਦੀਆਂ ਜਿੰਨੀਆਂ ਹੁੰਦੀਆਂ 7 ਹੋਣਗੀਆਂ ਮੇਰੇ ਹਿਸਾਬ ਨਾਲ। ਠੀਕ ਹੈ, ਉਸ ਤੋਂ ਬਾਅਦ ਆਪਾਂ ਪਹਿਲਾਂ a b ਕੱਢ ਲੈਣਾ। ਠੀਕ ਹੈ, ਫਿਰ ਆਪਾਂ b c ਦੀ ਬਾਰ ਕੱਢ ਲੈਣਾ, b ਇੰਟੂ c ਦੀ ਬਾਰ, ਇਹਦੀ ਬਾਰ ਕੱਢ ਕੇ b ਨਾਲ ਮਲਟੀਪਲਾਈ ਕਰ ਦੇਣਾ, ਫਿਰ a ਦੀ ਬਾਰ ਕਰਕੇ ਉਹਨੂੰ c ਨਾਲ ਮਲਟੀਪਲਾਈ ਕਰਨਾ। ਆ 3 ਚੀਜ਼ਾਂ ਨਿਕਲ ਗਈਆਂ। ਹੁਣ ਆਪਾਂ ਕੱਢਣਾ ਕੀ, ਤਿੰਨਾਂ ਦਾ ਸਮ। ਕੀ ਲਿਖਿਆ ਹੈ, ਤਿੰਨਾਂ ਦਾ ਸਮ, ਇਹਦਾ a b b c ਦੀ ਬਾਰ a ਦੀ ਬਾਰ c, ਇਹਨਾਂ ਤਿੰਨਾਂ ਦਾ ਸਮ ਕਰਨਾ। ਦੇਖੋ ਇਹਨਾਂ ਤਿੰਨਾਂ ਦਾ ਸਮ ਕੀਤਾ 0 1 1 1 0 0 1 plus 1 1। ਠੀਕ ਹੈ, ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਜਿੱਥੇ ਤਾਂ 0 ਆ ਉਹਨੂੰ ਆਪਾਂ ਕੰਪਲੀਮੈਂਟ ਬਾਰ ਲਿਖਣਾ, ਜਿਹੜਾ 1 ਆ ਉਹਨੂੰ ਆਪਾਂ ਉੱਦਾਂ ਹੀ ਲਿਖਣਾ। ਹੁਣ ਇਹ 'ਚ 1 ਵਾਲੀ ਚੀਜ਼ਾਂ ਲਿਖਣੀਆਂ ਨੇ। ਦੇਖੋ 1 ਵਾਲੀ ਕਿੱਥੇ ਆਇਆ ਸੀਗਾ, ਸੌਰੀ 0 ਵਾਲੀਆਂ, ਇੱਕ ਮਿੰਟ, 1 ਵਾਲੀ ਆ ਦੇਖੋ, ਸੌਰੀ 1 ਵਾਲੀ ਲਿਖਣੀ ਆਪਣੇ। ਹੁਣ 1 ਕਿੱਥੇ ਆਇਆ ਵਾ, ਇੱਥੇ ਆ f ਦੇਖਣਾ ਬਸ ਆਪਾਂ, 1 ਦੇ ਬਰਾਬਰ ਚੱਲੋ, ਸਿੱਧਾ ਜਾਈ ਜਾਣਾ। ਆ ਦੇਖੋ ਇਹ ਕੀ ਹੈ, a b c, 1 ਦੇ ਬਰਾਬਰ ਦੇਖਣਾ। ਜਿੱਥੇ 1 ਹੈ 0 ਨਹੀਂ ਲਿਖਣਾ, 0 ਵਾਲੀ ਟਰਮ ਨਹੀਂ ਲਿਖਣੀ, ਸਿਰਫ 1 ਵਾਲੀ। 1 ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ 0 ਆ ਉਹਨੂੰ ਆਪਾਂ ਕੰਪਲੀਮੈਂਟ ਲਿਖਣਾ, ਜਿਹੜਾ 1 ਆ ਉਹਨੂੰ ਆਪਾਂ ਸਿੱਧਾ ਲਿਖਣਾ। ਇਹ ਕੀ ਬਣ ਜੂਗਾ, 0 ਆ a ਦੀ ਬਾਰ b ਦੀ ਬਾਰ c, ਦੇਖੋ ਪਹਿਲਾ ਐਕਸਪ੍ਰੈਸ਼ਨ ਆ ਗਿਆ। ਦੂਜਾ ਦੇਖੋ 1 ਆ ਲਿਖਿਆ ਹੈ, ਇਹ 'ਚ ਕੀ ਆ ਜੂ, a ਦੀ ਬਾਰ b c ਦੀ ਬਾਰ, ਦੇਖੋ ਆ ਗਿਆ। ਹੁਣ ਤੀਜਾ 1 ਆ ਗਿਆ, ਇਹ 'ਚ ਕੀ ਆ ਜੂ, ਇਹ ਹੈਗਾ ਆ ਵਾਲਾ a ਦੀ ਬਾਰ b c ਆ ਗਿਆ। ਹੁਣ ਚੌਥਾ ਐਕਸਪ੍ਰੈਸ਼ਨ ਆ ਗਿਆ 1 ਆ, 0 ਵਾਲੇ ਨਹੀਂ ਲਿਖਣੇ, a ਦੀ ਬਾਰ ਨਾ a b c ਦੀ ਬਾਰ, ਦੇਖੋ ਆ ਗਿਆ। ਪੰਜਵਾਂ ਆ ਗਿਆ a b c, ਇਹ ਬਣ ਗਿਆ
ਸਮ ਆਫ ਪ੍ਰੋਡਕਟ ਯੂਜ਼ਿੰਗ ਟਰੂਥ ਟੇਬਲ। ਹੁਣ ਇੱਕ ਨੂੰ ਕਨਫਿਊਜ਼ ਨਾ ਕਰਿਓ, ਮੈਂ ਕੀ ਕਿਹਾ, ਇਧਰੋਂ 1 ਲੈਣਾ, ਇਧਰੋਂ ਜਿਹੜਾ 0 ਆ ਉਹਨੂੰ ਬਾਹਰ ਲਿਖਣਾ, ਜਿਹੜਾ 1 ਆ ਉਹਨੂੰ ਉੱਤੇ ਲਿਖਣਾ, 1 ਵਾਲੀ ਟਰਮ ਲਿਖਣੀ। ਹੁਣ ਜਿਹੜਾ ਆਪਾਂ ਅੱਗੇ ਪੜਾਂਗੇ ਪ੍ਰੋਡਕਟ ਆਫ ਸਮ, ਉਹ ਇਹਦਾ ਉਲਟਾ। ਇਹਨਾਂ ਦੋਨੋਂ ਕਨਫਿਊਜ਼ ਨਹੀਂ ਕਰਨਾ, ਬਹੁਤ ਧਿਆਨ ਨਾਲ ਦੇਖਣਾ, ਉਹ ਉਲਟਾ। ਦੇਖਿਓ ਹੁਣ ਤੁਸੀਂ ਉਲਟ ਕਿਵੇਂ। ਇਹਦੇ ਵਿੱਚ ਕੀ ਹੈ, ਜਿਹੜਾ ਜਿੱਥੇ ਦਾ 0 ਆ ਉਹਨੂੰ ਤਾਂ ਉੱਦਾਂ ਹੀ ਲਿਖਣਾ, ਜਿੱਥੇ 1 ਆ ਉੱਥੇ ਬਾਹਰ ਲਿਖਣਾ। ਉਲਟ ਹੋ ਗਿਆ ਨਾ। ਇੱਥੇ ਜਿਵੇਂ ਆਪਾਂ ਬਾਹਰ ਲਿਖਦੇ ਸੀ ਨਾ A ਦੀ ਬਾਰ B ਦੀ ਬਾਰ, ਕਿਉਂਕਿ ਇੱਥੇ 0 ਸੀਗਾ, ਪਰ ਹੁਣ ਇੱਥੇ A B ਲਿਖਾਂਗੇ, ਜਿੱਥੇ C ਆ ਗਿਆ ਉੱਥੇ C ਦੀ ਬਾਹਰ ਲਿਖਣਾ, ਕਿਉਂਕਿ 1 ਆ ਗਿਆ ਨਾ, ਇੱਥੇ ਬਾਹਰ ਲਿਖਣਾ। ਇਹ ਉਲਟ ਚੱਲਣਾ। ਤੇ ਪਲੱਸ ਆ ਜਿੱਥੇ ਆਪਾਂ 1 1 ਵਾਲੀਆਂ ਫੰਕਸ਼ਨ ਦੇ ਵਿੱਚ ਲਿਖਦੇ ਸੀ ਨਾ, 1 1 ਵਾਲੀ ਐਕਸਪ੍ਰੈਸ਼ਨ, ਹੁਣ ਆਪਾਂ 0 0 ਵਾਲਾ ਐਕਸਪ੍ਰੈਸ਼ਨ ਲਿਖਣੇ ਨੇ। 0 0 ਵਾਲੇ ਐਕਸਪ੍ਰੈਸ਼ਨ ਲਿਖਣੇ ਨੇ ਪਲਰ, ਜਿੱਥੇ 0 ਆ ਉੱਥੇ ਸਿੰਪਲ, ਜਿੱਥੇ 1 ਆ ਉੱਥੇ ਬਾਹਰ, ਉਲਟ ਚੱਲਣਾ। ਕੋਈ ਐਗਜ਼ਾਮਪਲ ਸੋਲਵ ਕਰਾਂਗੇ ਨਾ, ਫਿਰ ਆਪਾਂ ਪਤਾ ਲੱਗ ਜਾਣਾ। ਆ ਦੇਖੋ, ਕਨਵਰਟ ਦਾ ਐਕਸਪ੍ਰੈਸ਼ਨ ਟੂ ਦਿਸ ਵਨ ਇਨਟੂ ਕਾਮਨ ਪ੍ਰੋਡਕਟ ਆਫ ਸਮ ਦੇ ਵਿੱਚ। ਹੁਣ ਇਦਾਂ ਹੋ ਗਿਆ। ਇਹਦੇ ਵਿੱਚ ਆਪਾਂ ਦੇਖੋ ਉਹ 'ਚ ਪਲੱਸ ਲਿਖਦੇ ਸੀ, ਇਹ 'ਚ ਮਲਟੀਪਲਾਈ ਕਰਨਾ, ਕਿਉਂਕਿ ਆਪਾਂ ਨੇ ਪ੍ਰੋਡਕਟ ਆਫ ਸਮ ਕਰ ਰਹੇ ਹਾਂ। ਹੁਣ ਦੇਖੋ ਪਹਿਲਾਂ ਵੇਰੀਏਬਲਸ ਦੇਖ ਲੈਣੇ ਕਿੰਨੇ ਨੇ, AB ਹੈ, AC ਹੈ, BC ਹੈ। ਇਹ ਟਰੂਥ ਟੇਬਲ ਦੇ ਨਾਲ ਨਹੀਂ, ਆਪਾਂ ਦੂਜੇ ਰੋਡ ਸੋਲਵ ਕਰ ਰਹੇ ਜਿਵੇਂ ਉਹ 'ਚ ਕਰਦੇ ਸੀ। ਉਹ 'ਚ ਆਪਾਂ ਲਿਖਦੇ ਸੀਗੇ ਜਿਵੇਂ A B, ਇਹ 'ਚ C ਨਹੀਂ ਸੀਗਾ, C ਪਲੱਸ C ਬਾਹਰ ਲਿਖ ਦਿੰਦੇ। ਹੁਣ ਇਹ 'ਚ C ਇੰਟੂ C ਦੀ ਬਾਹਰ ਲਿਖਣਾ, ਕਿਉਂਕਿ ਇਹ 'ਚ C ਨਹੀਂ ਸੀਗਾ, ਕਿਉਂਕਿ ਪ੍ਰੋਡਕਟ ਆਫ ਸਮ ਕਰ ਰਹੇ ਹਾਂ। ਇੱਦਾਂ ਹੀ ਇਹ 'ਚ B ਨਹੀਂ ਹੈਗਾ, B ਪਲੱਸ B ਦੀ ਬਾਹਰ, ਇਹ 'ਚ A ਨਹੀਂ ਹੈਗਾ, A ਪਲੱਸ B ਦੀ ਬਾਹਰ। ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰ ਲੈਣਾ ਅੰਦਰ, ਠੀਕ ਹੈ। ਹੁਣ ਜੇ ਦੁਬਾਰਾ ਰਿਪੀਟ ਨਹੀਂ ਕਰਨੀ, ਸਾਰੀਆਂ ਟਰਮਾਂ ਲਿਖ ਲੈਣੀਆਂ ਤਾਂ ਆਨਸਰ ਆ ਗਿਆ, ਬਸ ਇੰਨੀ। ਰਿਪੀਟ ਨਹੀਂ ਕਰਨੀ ਕੋਈ ਵੈਲਿਊ। ਹੁਣ ਆਪਾਂ ਕਹਿੰਦੇ ਵੀ ਟਰੂਥ ਟੇਬਲ ਦੇ ਨਾਲ ਲਿਖਣਾ, ਕਨਵਰਟਿੰਗ ਦਾ ਐਕਸਪ੍ਰੈਸ਼ਨ ਇਨਟੂ ਯੂਜ਼ਿੰਗ ਟਰੂਥ ਟੇਬਲ। ਹੁਣ ਪਹਿਲਾਂ ਤਾਂ ਇਹ 'ਚ ਦੇਖਣਾ ਇਨਪੁਟ ਕਿੰਨੀਆਂ ਨੇ, ਤਿੰਨੇ ਲਿਖਣੀਆਂ, ਤਿੰਨੇ ਪੋਸੀਬਿਲਿਟੀ ਲਿਖਣੀਆਂ। ਪਹਿਲਾਂ ਆਪਾਂ ਕੱਢ A ਦੀ ਬਾਰ ਪਲੱਸ B ਕੱਢ ਲਿਆ, ਆ ਕੱਢ ਲਿਆ, A ਦੀ ਬਾਰ ਕਰਕੇ ਪਲੱਸ ਉਹ 'ਚ B ਐਡ ਕਰਤਾ, ਫਿਰ A B ਦੀ ਬਾਰ C ਕੱਢ ਲੈਣਾ, ਆ ਕੱਢ ਲਿਆ। ਫਿਰ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਨਾ, ਦੋਨਾਂ ਮਲਟੀਪਲਾਈ ਕਰਕੇ ਆਪਣੇ ਕੋਲ ਆ ਗਿਆ। ਹੁਣ ਮੈਂ ਤੁਹਾਨੂੰ ਕੀ ਦੱਸਿਆ ਵਾ ਵੀ ਉਲਟ ਕੰਮ ਕਰਨਾ, 1 ਵਾਲੀਆਂ ਨਹੀਂ ਲਿਖਣੀਆਂ, 0 ਵਾਲੀਆਂ ਲਿਖਣੀਆਂ ਨੇ। ਆ 1 ਵਾਲੀ ਛੱਡ, ਪਹਿਲਾਂ ਆਪਾਂ 0 ਵਾਲੀ ਨਹੀਂ ਲਿਖਦੇ, ਹੁਣ 1 ਵਾਲੀ ਛੱਡ, ਹੁਣ 0 ਵਾਲੀ ਲਿਖਣੀਆਂ ਨੇ। 0 ਵਾਲੀ ਦੇਖੋ ਇੱਧਰਲੇ ਪਾਸੇ ਕਿਹੜੀ ਆ ਰਹੀ ਹੈ, A B ਦੀ ਬਾਰ C, ਦੇਖੋ A ਪਲੱਸ B ਦੀ ਬਾਰ C। ਉਲਟ ਲਿਖਣਾ, 1 ਨੂੰ ਆਪਾਂ ਬਾਹਰ ਲਿਖਣਾ, 0 ਨੂੰ ਉਦਾਂ ਹੀ ਲਿਖਣਾ। ਫਿਰ ਪਲੱਸ, ਹੋਰ ਕਿਤੇ ਆ ਰਿਹਾ 0, ਇੱਥੇ A ਦੀ ਬਾਰ B C, A ਦੀ ਬਾਰ ਪਲੱਸ B, ਪਲੱਸ ਦਾ ਨਿਸ਼ਾਨ ਪਾਉਣਾ, ਉਹ 'ਚ ਮਲਟੀਪਲੀਕੇਸ਼ਨ ਪਲੱਸ ਦਾ ਨਿਸ਼ਾਨ, ਇਨਟੂ। ਫਿਰ ਤੀਜਾ ਕੀ ਹੈ, ਤਿੰਨੇ 1 ਆਵਲਾ, ਸੌਰੀ, A ਦੀ ਬਾਰ B C ਦੀ ਬਾਰ, ਇਹ ਆ ਗਿਆ ਪ੍ਰੋਡਕਟ ਆਫ ਸਮ। ਠੀਕ ਹੈ, ਇਸ ਚੈਪਟਰ ਦਾ ਲਾਸਟ ਟੌਪਿਕ ਹੈ ਮਿਨ ਟਰਮ ਤੇ ਮੈਕਸ ਟਰਮ। ਇਹ ਹੁਣ ਪ੍ਰੋਡਕਟ ਆਫ ਸਮ ਤੁਹਾਨੂੰ ਆਉਣਾ ਚਾਹੀਦਾ ਵਾ। ਦੇਖੋ ਜਿਹਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ, ਠੀਕ ਹੈ, ਤੁਸੀਂ ਗਰੁੱਪ ਦੇ ਵਿੱਚ ਮੈਸੇਜ ਕਰਨਾ, ਤੇ ਆਪਾਂ ਕਿਸੇ ਦਿਨ ਵੀ ਜਿੱਦਣ ਤੁਸੀਂ ਮੈਂ ਤੁਹਾਨੂੰ ਟਾਈਮ ਦੇ ਦੂੰਗਾ, ਉਸ ਟਾਈਮ ਆਪਾਂ ਲੈਕਚਰ ਲਾਵਾਂਗੇ 15-20 ਘੰਟੇ ਦਾ। ਠੀਕ ਹੈ, ਜਿਹਦੀ ਪ੍ਰੋਬਲਮਸ ਹੋਊਗੀ ਤੁਸੀਂ ਆਪਣੀ ਲਿਖ ਕੇ ਰੱਖਣੀਆਂ ਨੇ, ਉੱਥੇ ਆਪਾਂ ਸ਼ੇਅਰ ਕਰ ਲਾਂਗੇ। ਆਪਾਂ ਜਿੱਥੇ ਕੋਈ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਆਪਾਂ ਉਹਨੂੰ ਸੋਲਵ ਕਰਾਂਗੇ। ਠੀਕ ਹੈ ਜੀ। ਅੱਗੇ ਮਿਨ ਟਰਮ ਤੇ ਮੈਕਸ ਟਰਮ ਕੀ ਹੈ, ਮਿਨ ਟਰਮ ਤੇ ਮੈਕਸ ਟਰਮ। ਮਿਨ ਟਰਮਸ ਕੀ ਹੁੰਦੀਆਂ ਨੇ, ਕਹਿੰਦਾ ਮਿਨ ਟਰਮਸ ਇਜ਼ ਦਾ ਪ੍ਰੋਡਕਟ ਆਫ ਆਲ ਲਿਟਰਲ ਵੇਰੀਏਬਲਸ ਵਿਦਆਊਟ ਕੰਪਲੀਮੈਂਟਰੀ ਇਨਵੋਲਵ ਦਾ ਲੋਗਿਜ਼ਮ, ਜਿਹਦੇ ਵਿੱਚ ਕੰਪਲੀਮੈਂਟਰੀ ਨਾ ਹੋਵੇ। ਹੁਣ ਦੇਖੋ ਇਹ ਨੂਮੈਰੀਕਲ ਤੁਸੀਂ ਸਮਝ ਆਉਣਾ, ਸਾਰਾ ਨੂਮੈਰੀਕਲ ਹੀ ਆਉਣੇ ਨੇ। ਕਹਿੰਦਾ ਫਾਈਂਡ ਦਾ ਮਿਨ ਟਰਮ ਫॉर y a ਪਲੱਸ b ਪਲੱਸ c ਹੈ, ਇਹਦੀ ਮਿਨ ਟਰਮਸ ਕੱਢਣੀਆਂ ਨੇ। ਹੁਣ ਪਹਿਲਾਂ ਦੇਖੋ ਵੇਰੀਏਬਲਸ ਕਿੰਨੇ ਨੇ, 3, ਤਾਂ ਜਿਹੜਾ ਨਹੀਂ ਹੈਗਾ ਉੱਥੇ 1 ਲਿਖ ਲਓ, ਲਿਖ ਲਿਆ। ਇੱਥੇ 2 ਵੇਰੀਏਬਲ ਨੇ, 1 ਲਿਖਦਾ। ਇੱਕ ਨੂੰ ਲਿਖਤਾ ਆਪਾਂ a ਇੰਟੂ c ਪਲੱਸ c ਬਾਰ ਇੰਟੂ c ਇੰਟੂ a ਪਲੱਸ a ਦੀ ਬਾਰ b ਪਲੱਸ b ਦੀ ਬਾਰ, ਇਹਨੂੰ ਸਾਰਿਆਂ ਨੂੰ ਮਲਟੀਪਲਾਈ ਕਰਤਾ। ਇਹ ਸਾਰੀਆਂ ਕੀ ਆ ਗਈਆਂ, ਮਿਨ ਟਰਮਸ ਆ ਗਈਆਂ। ਠੀਕ ਹੈ, ਆ ਸਾਰੀਆਂ ਕੀ ਆ ਗਈਆਂ, ਮਿਨ ਟਰਮਸ।
ਹੁਣ ਇਹ ਮਿਨ ਟਰਮ ਜੇ ਆਪਾਂ ਵੈਲਿਊ ਲਿਖਣੀ ਹੋਵੇ ਮਿਨ ਟਰਮ ਹੈ ਕਿੰਨੀਆਂ ਨੇ ਤਾਂ ਆਪਾਂ ਇਹਨੂੰ ਡੈਸੀਮਲ ਦੇ ਵਿੱਚ ਲਿਖਣਾ ਹੁੰਦਾ ਸਮਾਲ m ਦੇ ਨਾਲ। ਇਹਨੂੰ ਆਪਾਂ ਜਿਹੜੇ ਦੇਖੋ ਇਹ ਜਿਹੜੀ ਚੀਜ਼ ਹੈ ਇਹ ਹੈਗੀ ਆ ਬਾਈਨਰੀ ਨੰਬਰਸ 3 ਬਿਟ ਆ ਤਾਂ ਆਪਾਂ ਇਹਨੂੰ ਕੀ ਲਿਖਦੇ ਆ 2 ਰੇਜ਼ ਪਾਵਰ 0 2 ਰੇਜ਼ ਪਾਵਰ 1 2 ਰੇਜ਼ ਪਾਵਰ 2 ਆਪਾਂ ਮਿਨ ਟਰਮਸ ਕੱਢਣਗੇ। ਹੁਣ ਜਿਹੜੀ ਪਹਿਲੀ ਆ ਦੇਖੋ ਪਹਿਲੀ ਕਿਹੜੀ ਆ ਜੂਗੀ 1 1 0 ਇਹ ਕਿੰਨੀ ਆ ਗਈ 2 4 ਤੇ 1 5 ਪਹਿਲਾ 5 ਆ ਗਿਆ ਇਹ ਆਪਾਂ ਦੇਖ ਲੈਂਦੇ ਹੁਣ ਅੱਗੇ। ਆ ਦੇਖੋ ਹੁਣ ਮਿਨ ਟਰਮਸ ਆਪਾਂ ਆ ਚੀਜ਼ ਲਿਖਣੀ ਹੈ 3 4 6 7 ਇਹ ਜਿਹੜੀ ਮਿਨ ਟਰਮਸ ਆ ਗਈਆਂ ਠੀਕ ਹੈ। ਹੁਣ ਇਹ ਕੱਢਣੀ ਕਿਵੇਂ 3 4 6 7 ਕਿੱਥੋਂ ਆਈਆਂ ਉਹੀ ਆਪਾਂ ਕੱਢਣੀ ਦੱਸਦੇ ਤੁਹਾਨੂੰ ਠੀਕ ਹੈ। ਠੀਕ ਹੈ ਮੈਕਸ ਟਰਮ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਇਹ 'ਚ ਨਹੀਂ ਆਈਆਂ ਜਿਹੜੀਆਂ ਨਹੀਂ ਇਨਵੋਲਵ ਹੋਈਆਂ ਜਦੋਂ ਆਪਾਂ ਪ੍ਰੋਡਕਟ ਆਫ ਸਮ ਕੱਢਦੇ ਹਾਂ ਤਾਂ ਉਹ ਮੈਕਸ ਟਰਮ ਨਿਕਲਦੀਆਂ। ਦੇਖੋ ਇਹ ਮੈਕਸ ਟਰਮ ਆ ਗਈਆਂ 3 ਤੇ 5। ਹੁਣ ਆਪਾਂ ਇੱਥੇ ਕੋਈ ਨੂਮੈਰੀਕਲ ਸ਼ੁਰੂ ਕਰਾਂਗੇ ਆ ਦੇ ਮੈਕਸ ਟਰਮ ਦਾ ਆਰ ਲਿਟਰਲੀ ਵੇਰੀਏਬਲ ਵਿਦਆਊਟ ਕੰਪਲੀਮੈਂਟਰੀ ਇਨ ਦਾ ਨਾਰਮਲ ਲੌਗਿਕ ਸਿਸਟਮ। ਜਦੋਂ ਆਪਾਂ ਪਲੱਸ ਆਪਣਾ ਜਿਹੜਾ ਹੁਣ ਆਪਾਂ ਸੈਕਿੰਡ ਕੀਤਾ ਸੀ ਨਾ ਪ੍ਰੋਡਕਟ ਆਫ ਸਮ ਉਹਦੇ ਵਿੱਚ ਜਿਹੜੀਆਂ ਨਿਕਲਣੀਆਂ ਉਹ ਮਿਨ ਟਰਮਸ ਹੋਣਗੀਆਂ। ਇੱਕ ਮੈਂ ਤੁਹਾਨੂੰ ਨੂਮੈਰੀਕਲ ਤੋਂ ਤੁਹਾਨੂੰ ਸਮਝ ਲੱਗੂ ਕਹਿੰਦਾ ਨੂਮੈਰੀਕਲ ਮੇਰੇ ਕੋਈ ਹਾਂ ਦੇਖੋ ਫਾਈਂਡ ਦਾ ਮਿਨ ਟਰਮ ਐਂਡ ਮੈਕਸ ਟਰਮ ਫਰੋਮ ਦਾ ਐਕਸਪ੍ਰੈਸ਼ਨ। ਇਹਦੀਆਂ ਮਿਨ ਟਰਮ ਤੇ ਮੈਕਸ ਟਰਮ ਕੱਢਣੀਆਂ ਨੇ ਆਪਣੇ ਆ ਐਕਸਪ੍ਰੈਸ਼ਨ ਦੀਆਂ। ਇਹ ਐਕਸਪ੍ਰੈਸ਼ਨ ਉਦਾਂ ਹੀ ਲਿਖ ਲਓ ਅੰਦਰ ਮਲਟੀਪਲਾਈ ਕਰਕੇ ਆਪਾਂ ਲਿਖ ਲਿਆ। ਹੁਣ ਦੇਖੋ ਜਿਹੜੇ ਵੇਰੀਏਬਲ 4 ਨੇ ਜਿਹੜੇ ਨਹੀਂ ਹੈਗੇ ਉਹਨਾਂ ਜਗ੍ਹਾ ਤੇ ਆਪਾਂ ਨੇ ਪਹਿਲਾਂ ਮਿਨ ਟਰਮ ਕੱਢਣੀ ਹੈ c + c ਦੀ ਬਾਰ d + d ਦੀ ਬਾਰ। ਇੱਥੇ ਆਪਣੇ ਕੋਲ ਆ ਗਿਆ a d ਹੈ b + c ਨਹੀਂ ਹੈਗਾ b + b ਦੀ ਬਾਰ c + c ਦੀ ਬਾਰ ਲਿਖਤਾ। ਇਹਦੇ ਵਿੱਚ ਆਪਣੇ ਕੋਲ b ਨਹੀਂ ਹੈਗਾ a c d b + b ਦੀ ਬਾਰ ਸਾਰਿਆਂ ਨੂੰ ਅੰਦਰ ਮਲਟੀਪਲਾਈ ਕਰਤਾ। ਆ ਆਪਣੇ ਕੋਲ ਜਿਹੜੀਆਂ ਬਸ ਰਿਪੀਟ ਨਹੀਂ ਹੋਣੀ ਚਾਹੀਦੀ ਕੋਈ ਵੈਲਿਊ। ਇਹ ਸਾਰਾ ਜੇ ਤਾਂ ਇਹ 'ਚ ਕੋਈ ਰਿਪੀਟ ਹੁੰਦੀ ਹੈ ਤਾਂ ਉਹਨੂੰ ਇੱਕ ਸਿੰਗਲ ਵੈਲਿਊ ਲਿਖ ਲੈਣੀ ਹੈ ਠੀਕ ਹੈ। ਹੁਣ ਇਹਨੂੰ ਆਪਾਂ ਉਦਾਂ ਹੀ ਲਿਖਣਾ ਜਿਹੜੀਆਂ ਬਾਰ ਨੇ ਉਹ 0 0 0 0 a ਦੀ ਬਾਰ 0 b ਤੋਂ 0 0 ਇੱਥੇ 0 0 0 ਇੱਥੇ 1 ਆ ਜਾਊਗਾ ਇੱਥੇ 0 0 1 0 ਆ ਜਾਊਗਾ ਇੱਥੇ 0 0 1 ਆ ਜਾਊਗਾ ਇੱਥੇ 1 0 1 1 ਆ ਜਾਊਗਾ ਇੱਥੇ ਹੈਗਾ 0 1 1 ਆ ਜਾਊਗਾ। ਪਤਾ ਨਾ ਕਿਵੇਂ ਲਿਖਿਆ ਜਿਹੜਾ ਬਾਰ ਆ ਉਹਨੂੰ 0 ਜਿਹੜੇ ਨਹੀਂ ਹੈਗੇ ਉਹਨੂੰ 1 1 1 ਇਹ ਡਿਜਿਟ ਬਣ ਗਏ ਬਿਟ। ਹੁਣ ਇਹਨੂੰ ਪਤਾ ਹੀ ਵੈਲਿਊ ਤੁਹਾਨੂੰ ਕੱਢਣੀ ਬਾਈਨਰੀ ਦੇ ਵਿੱਚ। ਇਹਦੀ ਵੈਲਿਊ ਕਿੰਨੀ ਹੁੰਦੀ ਹੈ 0 ਇਹਦੀ ਵੈਲਿਊ ਹੋਊਗੀ 1 ਇਹਦੀ ਵੈਲਿਊ ਹੋਊਗੀ 2 ਇਹਦੀ ਵੈਲਿਊ ਹੋਗੀ 3 ਇਹਦੀ 5 ਇਹ ਕਰਨੇ 2 ਰੇਜ਼ ਪਾਵਰ 0 2 ਰੇਜ਼ ਪਾਵਰ 1 ਆਪਾਂ ਕਰਕੇ ਕੱਢਦੇ ਹੁੰਦੇ ਇਹ ਮਿਨ ਟਰਮਸ ਆ ਗਈਆਂ। ਹੁਣ ਜਿਹੜੀ ਮੈਕਸ ਟਰਮ ਨੇ ਜਾਂ ਤਾਂ ਆਪਾਂ ਇੱਥੋਂ ਹੀ ਮਿਨ ਟਰਮ ਤੋਂ ਮੈਕਸ ਟਰਮ ਕੱਢ ਸਕਦੇ ਹਾਂ ਕਿਵੇਂ ਜਿਹੜੀਆਂ ਇਹ 'ਚ ਇਨਵੋਲਵ ਨਹੀਂ ਹੋਈਆਂ 15 ਤੱਕ ਜਾਂਦੀ ਹੈ ਕਿਉਂਕਿ 4 ਬਿਟ ਸਿਸਟਮ ਹੈ ਤਾਂ 15 ਤੱਕ ਗਿਣਤੀ ਜਾਊਗੀ। ਹੁਣ ਜਿਹੜੇ 14 ਤੱਕ ਹੈ ਠੀਕ ਹੈ ਜਿਹੜੀਆਂ ਟਰਮਾਂ 'ਚ ਨਹੀਂ ਹੈਗੀਆਂ ਉਹ ਮੈਕਸ ਟਰਮ ਹੋਣਗੀਆਂ ਉਹਨੂੰ ਆਪਾਂ ਪਾਈ ਨਾਲ ਡਾਊਨ ਕਰਾਂਗੇ। ਇਹਨੂੰ ਸਮੇਸ਼ਨ ਦੇ ਨਾਲ ਸਮਾਲ m ਉਹਨੂੰ ਪਾਈ ਕੈਪੀਟਲ m ਦੇ ਨਾਲ ਬ੍ਰੈਕਟ ਸ਼ੁਰੂ ਕਿਉਂ 4 ਨਹੀਂ ਹੈਗਾ ਇਹ 'ਚ 6 ਨਹੀਂ ਹੈਗਾ 8 ਨਹੀਂ ਹੈਗਾ 9 ਨਹੀਂ ਹੈ 10 12 13 15 ਇਹ ਹੋ ਗਿਆ ਮੈਕਸ ਟਰਮ। ਇੱਕ ਤਾਂ ਇਹ ਮੈਥਡ। ਦੂਸਰਾ ਮੈਥਡ ਇਹ ਹੈ ਵੀ ਆਪਾਂ ਉਹਨੂੰ ਜਿਵੇਂ ਹੁਣ ਆਪਾਂ ਸਮ ਆਫ ਪ੍ਰੋਡਕਟ ਕੱਢਿਆ ਸੀ ਪ੍ਰੋਡਕਟ ਆਫ ਸਮ ਕੱਢ ਲਓ। ਦੋਨੇ ਮੈਥਡ ਸਹੀ ਨੇ। ਪ੍ਰੋਡਕਟ ਆਫ ਸਮ ਦੇ ਵਿੱਚ ਕੱਢਣ ਲਈ ਆਪਾਂ ਆਹ ਚੀਜ਼ ਲਿਖ ਦਿੰਦੇ ਹਾਂ b.b ਦੀ ਬਾਰ b ਜਿਹੜੀ ਚੀਜ਼ਾਂ ਨਹੀਂ ਹੈਗੀਆਂ ਉਹਨੂੰ ਸੋਲਵ ਕਰ ਲਓ ਸਾਰਿਆਂ ਨੂੰ ਮਲਟੀਪਲਾਈ ਕਰ ਲਓ ਜਾਂ ਜਿਹੜਾ ਆਨਸਰ ਆ ਗਿਆ ਉਹਦਾ ਆਪਣਾ ਆਹ ਚੀਜ਼ ਲਿਖ ਦਿਓ। ਪਰ ਇਹ 'ਚ ਸਿਰਫ ਇੰਨਾ ਧਿਆਨ ਰੱਖਣਾ ਵਾ ਜਿਹੜਾ ਬਾਰ ਆ ਉਹਨੂੰ ਆਪਾਂ 1 ਲਿਖਣਾ ਤੇ ਜਿਨ੍ਹਾਂ ਨੇ ਬਾਰ ਨਹੀਂ ਹੈਗਾ ਉਹਨੂੰ 0 ਲਿਖਣਾ ਉਲਟਾ ਮੈਕਸ ਟਰਮ ਕੱਢਣਾ। ਤਾਂ ਇਹ ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਸੋਲਵ ਕਰਾਂਗੇ ਬਾਈਨਰੀ ਦੇ ਵਿੱਚ ਤਾਂ ਆਪਣੇ ਕੋਲ 4 5 6 ਦੇਖੋ ਸੇਮ ਹੀ ਆਈਆਂ। ਇਹ ਸੀਗਾ ਮਿਨ ਟਰਮ ਤੇ ਮੈਕਸ ਟਰਮ ਕੱਢਣ ਦਾ ਤਰੀਕਾ ਠੀਕ ਹੈ। ਦੋਨੇ ਤਰੀਕੇ ਬੈਸਟ ਨੇ ਦੋਨੇ ਤਰੀਕੇ ਨਾਲ ਜਿਵੇਂ ਮਰਜ਼ੀ ਕਰ ਸਕਦੇ ਹੋ। ਜੇ ਨਹੀਂ ਫਿਰ ਵੀ ਪਤਾ ਲੱਗਦਾ ਫਿਰ ਵੀ ਤੂੰ ਕੋਈ ਮਰਜ਼ੀ ਆਪਾਂ ਗਰੁੱਪ ਦੇ ਵੀ ਮੈਸੇਜ ਕਰੋ ਤੇ ਆਪਾਂ ਮੀਟਿੰਗ ਦੇ ਵਿੱਚ ਜੋ ਵੀ ਹੈਗਾ ਆਪਾਂ ਲੈਕਚਰ ਲਾਵਾਂਗੇ ਜ਼ੂਮ ਤੇ ਉਹਦੇ ਵਿੱਚ ਆਪਾਂ ਕਲੀਅਰ ਕਰ ਲਾਂਗੇ ਠੀਕ ਹੈ ਜੀ। ਤੇ ਇਹਦੇ ਨਾਲ ਹੀ ਥੋੜਾ ਆਪਣਾ ਚੈਪਟਰ ਸੀਗਾ ਲੌਜਿਕ ਗੇਟਸ ਵਾਲਾ ਬਹੁਤ ਇੰਪੋਰਟੈਂਟ ਚੈਪਟਰ ਸੀਗਾ ਇਹ ਖਤਮ ਹੁੰਦਾ ਵਾ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ।